ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਅੰਦਰ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਸਜੇ ਹੋਏ ਸੰਧਿਆ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲ ਰਿਹਾ ਹੈ। ਅਕਾਲ ਗੁਰਬਾਣੀ ਦੇ ਕੀਰਤਨ, ਰਹਿਰਾਸ ਸਾਹਿਬ ਦੇ ਪਾਠ ਤੋਂ ਉਪਰੰਤ ਜੋ ਨਿੱਤਾ ਪ੍ਰਤੀ ਸਤਿਗੁਰਾਂ ਦੇ ਪਵਿੱਤਰ ਗੁਰ ਇਤਿਹਾਸ ਦੀ ਕਥਾ ਨੂੰ ਆਪਾਂ ਰਲ ਮਿਲ ਕੇ ਵਿਚਾਰਦੇ ਹਾਂ। ਸਮਾਂ ਕਥਾ ਦਾ ਹੋਇਆ ਹੈ। ਸਤਿਗੁਰੂ ਦਸ਼ਮੇਸ਼ ਪਿਤਾ ਜੀ ਦਾ ਸੋਹਣਾ ਸੁੰਦਰ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਕਲਗੀਧਰ ਸੱਚੇ ਪਾਤਸ਼ਾਹ ਜੀ ਦੱਖਣ ਸ਼੍ਰੀ ਨੰਦੇੜ ਸਾਹਿਬ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਕੌਤਕ ਵਰਤਾ ਰਹੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਿੱਥੇ ਬੇਅੰਤ ਸੰਗਤਾਂ ਪਹੁੰਚਦੀਆਂ ਹਨ, ਉੱਥੇ ਸਾਧ ਸੰਗਤ ਜੀ ਨਿੱਤਾ ਪ੍ਰਤੀ ਇੱਕ ਪਠਾਨ ਨੌਜਵਾਨ ਬੱਚਾ ਜਿਹੜਾ ਹਲੇ ਜਵਾਨੀ ਵੀ ਪੂਰੀ ਤਰ੍ਹਾਂ ਨਹੀਂ ਚੜ੍ਹੀ ਹੋਈ, ਦਾੜਾ ਮੂੰਹ ਦੇ ਉੱਤੇ ਉਹਦੇ ਪ੍ਰਕਾਸ਼ ਨਹੀਂ ਹੋਇਆ, ਉਹ ਵੀ ਸਤਿਗੁਰੂ ਦੇ ਹਜ਼ੂਰ ਆਉਂਦਾ ਹੈ। ਨੇਤਾ ਪ੍ਰਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਆਉਂਦਾ ਇੱਕ ਦਿਨ ਸ਼ਾਮ ਦੇ ਸਮੇਂ ਇਹ ਪਹੁੰਚਿਆ। ਹਜ਼ੂਰ ਦੇ ਚਰਨਾਂ ਵਿੱਚ ਰਹਿਰਾਸ ਸਾਹਿਬ ਜੀ ਦਾ ਪਾਠ ਗੁਰੂ ਕੇ ਸਿੱਖਾਂ ਨੇ ਕੀਤਾ। ਅਰਦਾਸ ਬੇਨਤੀ ਕਰਕੇ ਸਾਰੇ ਸਿੱਖ ਲੰਗਰ ਛਕਣ ਦੇ ਲਈ ਚਲੇ ਗਏ ਹਨ। ਇੱਧਰ ਇਸ ਪਠਾਨ ਨੇ, ਗੁਲਖਾਨ ਨੇ ਮੌਕਾ ਪਾ ਕੇ ਸਤਿਗੁਰੂ ਸਾਹਿਬ ਜੀ ਨੂੰ ਬਿਰਾਜਮਾਨ ਹੋਇਆਂ ਦੇਖ ਕੇ ਉਹਨਾਂ ਦੀ ਵੱਖੀ ਦੇ ਵਿੱਚ ਛੁਰੇ ਦੇ ਨਾਲ ਵਾਰ ਕਰ ਦਿੱਤਾ ਹੈ। ਔਰ ਐਸਾ ਘਾਤਕ ਇਸਨੇ ਵਾਰ ਕੀਤਾ ਕਿ ਸਤਿਗੁਰੂ ਜੀ ਦਾ ਪੇਟ ਕਾਫੀ ਜ਼ਿਆਦਾ ਉਸ ਜ਼ਖਮ ਦੇ ਨਾਲ ਪਾਟ ਗਿਆ, ਛੁਰੇ ਦੇ ਨਾਲ। ਗੁਰੂ ਕੀਆਂ ਸੰਗਤਾਂ ਔਰ ਜਿੰਨੇ ਵੀ ਗੁਰਸਿੱਖ ਪਿਆਰੇ ਹਨ, ਸਾਰਿਆਂ ਵਿੱਚ ਹਫੜਾ ਦਫੜੀ ਮਚ ਗਈ ਜਦੋਂ ਇਹਨਾਂ ਨੇ ਸਤਿਗੁਰੂ ਦੇ ਬੋਲ ਸੁਣੇ, ਭਾਈ ਕੋਈ ਸਿੱਖ ਨੇੜੇ ਹਾਜ਼ਰ ਹੈ। ਇੰਨੇ ਨੂੰ ਇੱਕ ਸਿੱਖ ਭਾਈ ਲੱਖਾ ਸਿੰਘ ਅੰਦਰ ਦਾਖਲ ਹੋਇਆ। ਉਹਨੇ ਆਉਂਦੇ ਹੀ ਸਾਧ ਸੰਗਤ ਜੀ, ਇਹ ਜਿਹੜਾ ਪਠਾਨ ਸੀ, ਜਦੋਂ ਇਹਨੇ ਸਤਿਗੁਰੂ ਸਾਹਿਬ ਜੀ 'ਤੇ ਹਮਲਾ ਕੀਤਾ, ਦੂਜੀ ਕਟਾਰ ਸਤਿਗੁਰੂ ਜੀ ਦੇ ਕੋਲ ਪਈ ਸੀ। ਜਾਂ ਇਤਿਹਾਸ ਵਿੱਚ ਐਸਾ ਵੀ ਜ਼ਿਕਰ ਹੈ ਕਿ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਰਾਤ ਨੂੰ ਸਮੇਂ ਵੀ ਸਾਵਧਾਨ ਰਹਿੰਦੇ, ਤਿਆਰ ਬਰ ਤਿਆਰ। ਔਰ ਮਿਆਨ ਤੋਂ ਬਾਹਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਹਮੇਸ਼ਾ ਸ਼ਮਸ਼ੀਰ ਪਈ ਹੁੰਦੀ, ਖੜਗ ਪਈ ਹੁੰਦੀ। ਸਤਿਗੁਰੂ ਜੀ ਦੇ ਉੱਤੇ ਜਿਸ ਵੇਲੇ ਵਾਰ ਕੀਤਾ, ਸਤਿਗੁਰੂ ਸਾਹਿਬ ਜੀ ਨੇ ਜਦ ਹੀ ਆਪਣੀ ਸ੍ਰੀ ਸਾਹਿਬ ਚੁੱਕੀ ਤੇ ਇਸ ਪਠਾਨ ਦਾ ਵੀ ਜਿਹੜਾ ਪੇਟ ਪਾੜ ਕੇ ਉਹਨੂੰ ਉੱਥੇ ਹੀ ਸੁੱਟ ਦਿੱਤਾ, ਧਰਤੀ ਉੱਤੇ ਲਟਾ ਦਿੱਤਾ। ਜਦੋਂ ਸਤਿਗੁਰੂ ਜੀ ਦੀ ਆਵਾਜ਼ ਸੁਣ ਕੇ ਬਾਹਰੋਂ ਸਿੱਖ ਭੱਜੇ ਆਏ। ਭਾਈ ਲੱਖਾ ਸਿੰਘ ਜਿਹੜਾ ਨਗਾਰਚੀ ਸਿੱਖ ਸੀ, ਨਗਾਰਿਆਂ ਦੀ ਸੇਵਾ ਕਰਦਾ ਸੀ, ਇਹ ਆਇਆ ਤੇ ਇਹਨੇ ਆਉਂਦੇ ਨਹੀਂ ਆਪਣੀ ਤਲਵਾਰ ਦੇ ਨਾਲ ਉਹ ਡਿੱਗੇ ਪਏ ਪਠਾਨ ਦਾ ਸਿਰ ਜਿਹੜਾ ਧੜ ਦੇ ਨਾਲ ਵੱਖਰਾ ਕਰ ਦਿੱਤਾ। ਸਤਿਗੁਰੂ ਕਹਿਣ ਲੱਗੇ, ਭਾਈ ਇਹਨੂੰ ਅਸੀਂ ਪਹਿਲਾਂ ਹੀ ਮਾਰ ਚੁੱਕੇ ਹਾਂ, ਮਰੇ ਹੋਏ ਦਾ ਸਿਰ ਵੱਢਣ ਦੀ ਕੀ ਲੋੜ ਸੀ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਹਮਲਾ ਕਰਨ ਵਾਲਾ ਗੁਲਖਾਨ ਜਿਹੜਾ ਪਠਾਨ ਸੀ, ਉਹ ਵੀ ਸਤਿਗੁਰੂ ਸਾਹਿਬ ਜੀ ਨੇ ਨਾਲ ਦੀ ਨਾਲ ਝਟਕਾ ਦਿੱਤਾ। ਬਾਅਦ ਵਿੱਚ ਆ ਕੇ ਭਾਈ ਲੱਖਾ ਸਿੰਘ ਜੀ ਨੇ ਇਹਦਾ ਡਿੱਗੇ ਪਏ ਦਾ ਸੀਸ ਧੜ ਦੇ ਨਾਲੋਂ ਜੁਦਾ ਕਰ ਦਿੱਤਾ। ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਭਾਈ ਲੱਖਾ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਗਾਰਚੀ ਸਿੱਖ ਸੀ, ਨਗਾਰਿਆਂ ਦੀ ਸੇਵਾ ਕਰਿਆ ਕਰਦਾ। ਕਲਗੀਧਰ ਪਾਤਸ਼ਾਹ ਜੀ ਜਦੋਂ ਭਾਣਾ ਵਰਤਾ ਗਏ, ਸੱਚਖੰਡ ਬਿਆਨਾ ਕਰ ਗਏ, ਉਸ ਤੋਂ ਬਾਅਦ ਇਹ ਹਜ਼ੂਰ ਸਾਹਿਬ ਤੋਂ ਸਤਿਗੁਰੂ ਜੀ ਦੇ ਘੋੜੇ ਅਤੇ ਨਗਾਰੇ ਲੈ ਕੇ ਆ ਕੇ ਨਾਭੇ ਵਿਖੇ ਟਿਕ ਗਿਆ ਸੀ। ਨਾਭੇ ਵਿਖੇ ਜਿਸ ਜਗ੍ਹਾ ਦੇ ਉੱਤੇ ਇਹ ਭਾਈ ਲੱਖਾ ਸਿੰਘ ਆਇਆ, ਇਹਦੇ ਸਤਿਕਾਰ ਵਾਸਤੇ ਬਹੁਤ ਸਾਰੀਆਂ ਸਿੱਖ ਸੰਗਤਾਂ ਆਉਂਦੀਆਂ। ਔਰ ਸਾਧ ਸੰਗਤ ਜੀ, ਇਸ ਨਾਭੇ ਦੀ ਧਰਤੀ ਦੇ ਉੱਤੇ ਅੱਜ ਉਸ ਯਾਦ ਵਿੱਚ ਗੁਰਦੁਆਰਾ ਸਾਹਿਬ ਘੋੜਿਆਂ ਵਾਲਾ ਗੁਰਦੁਆਰਾ ਜਾਂ ਬਾਬਾ ਅਜਾਪਾਲ ਸਿੰਘ ਜੀ ਦਾ ਗੁਰਦੁਆਰਾ ਵੀ ਉਸ ਇਤਿਹਾਸਕ ਗੁਰਦੁਆਰੇ ਨੂੰ ਆਖਿਆ ਜਾਂਦਾ ਹੈ, ਜਿੱਥੇ ਇਹ ਭਾਈ ਲੱਖਾ ਸਿੰਘ, ਬਾਬਾ ਲੱਖਾ ਸਿੰਘ ਸਤਿਗੁਰੂ ਜੀ ਦੇ ਘੋੜੇ ਅਤੇ ਨਗਾਰੇ ਲੈ ਕੇ ਪਹੁੰਚਿਆ ਸੀ। ਸੋ ਸਾਧ ਸੰਗਤ ਜੀ, ਇੱਥੇ ਜਿਹੜੇ ਨਾਮਧਾਰੀ ਸੰਪਰਦਾ ਹੈ
ਉਹ ਥੋੜ੍ਹਾ ਜਿਹਾ ਆਪਣੇ ਨਾਲ ਇਤਿਹਾਸ ਨੂੰ ਜੋੜ ਲੈਂਦੇ ਆ ਆਪਣੀ ਦੇਹਧਾਰੀ ਗੱਦੀ ਚਲਾਉਣ ਵਾਸਤੇ ਕਿ ਸਤਿਗੁਰੂ ਸਾਹਿਬ ਜੀ ਉਹ ਅਕਾਲ ਚਲਾਣਾ ਨਹੀਂ ਕੀਤੇ, ਸਣ ਦੇ ਹੀ ਸੱਚਖੰਡ ਗਏ ਸਨ। ਪਰ ਉਹ ਮੰਨਦੇ ਹਨ ਕਿ ਸਤਿਗੁਰੂ ਸਾਹਿਬ ਜੀ ਸੱਚਖੰਡ ਵਿਖੇ ਪਿਆਨਾ ਨਹੀਂ ਕੀਤੇ, ਬਲਕਿ ਬਹੁਤ ਸਾਰਾ ਸਮਾਂ ਸਤਿਗੁਰੂ ਸਾਹਿਬ ਜੀ ਗੁਪਤਵਾਸ ਹੋ ਕੇ ਇਕਾਂਤਵਾਸ ਹੋ ਕੇ ਰਹੇ। ਬਾਬਾ ਅਜਾਪਾਲ ਸਿੰਘ ਜੀ ਦੇ ਨਾਮ ਦੇ ਨਾਲ ਫਿਰ ਇੱਥੇ ਨਾਭੇ ਵਿਖੇ ਰਹੇ, ਔਰ ਨਾਭੇ ਵਿਖੇ ਫਿਰ ਅਗਾਂਹ ਉਹਨਾਂ ਦੀ ਗੱਦੀ ਬਾਬਾ ਬਾਲਕ ਸਿੰਘ ਨੂੰ ਮਿਲੀ। ਉਸ ਤੋਂ ਬਾਅਦ ਫਿਰ ਪ੍ਰਪਾਟੀ ਦਰ ਪ੍ਰਪਾਟੀ ਇਹ ਚਲਾਉਂਦੇ ਆ ਕਿ ਪੀੜ੍ਹੀ ਦਰ ਪੀੜ੍ਹੀ ਅਗਾਂਹ ਜਿਹੜੀ ਗੱਦੀ ਇਹ ਨਾਮਧਾਰੀਆਂ ਨੂੰ ਮਿਲਦੀ ਰਹੀ। ਸੋ ਇਸ ਪ੍ਰਕਾਰ ਕਰਕੇ ਜੋੜਦੇ ਆ। ਪਰ ਸਤਿਗੁਰੂ ਸਾਹਿਬ ਜੀ ਨੇ ਜੋ ਪ੍ਰਤੱਖ ਰੂਪ ਦੇ ਵਿੱਚ ਇਹ ਸਿਧਾਂਤ ਦੇ ਦਿੱਤਾ ਸੀ ਕਿ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਅੱਜ ਤੋਂ ਬਾਅਦ ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਮੰਨਣਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਖਾਲਸੇ ਦੇ ਗੁਰੂ ਹੋਣਗੇ। ਆਤਮਾ ਗ੍ਰੰਥ ਵਿੱਚ ਤੇ ਸਰੀਰ ਖਾਲਸਾ ਪੰਥ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਟਿਕਾਇਆ ਹੈ। ਇਸ ਕਰਕੇ ਜਿਹੜੇ ਅੰਮ੍ਰਿਤਧਾਰੀ ਸਿੰਘ, ਤਿਆਰ ਬਰ ਤਿਆਰ ਸਿੰਘ, ਪੁਰਾਤਨ ਮਰਿਆਦਾ ਨੂੰ ਮੰਨਣ ਵਾਲੇ ਸਿੰਘ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਿਨਾਂ ਹੋਰ ਕਿਸੇ ਦੇਹਧਾਰੀ ਗੁਰੂ ਨੂੰ, ਨਾ ਨਾਮਧਾਰੀ ਸੰਪਰਦਾ ਦੇ ਗੁਰੂਆਂ ਨੂੰ, ਕਿਸੇ ਨੂੰ ਵੀ ਆਪਣਾ ਇਸ਼ਟ ਕਰਕੇ ਗੁਰੂ ਕਰਕੇ ਨਹੀਂ ਮੰਨਦੇ ਹਨ। ਸੋ ਇਸ ਜਗ੍ਹਾ ਦੇ ਉੱਤੇ ਜਦੋਂ ਭਾਈ ਲੱਖਾ ਸਿੰਘ ਜੀ ਸਤਿਗੁਰੂ ਜੀ ਦੇ ਨਗਾਰੇ ਅਤੇ ਘੋੜੇ ਲੈ ਕੇ ਪਹੁੰਚੇ, ਬਹੁਤ ਸਾਰੀਆਂ ਸਿੱਖ ਸੰਗਤਾਂ ਇਹਨਾਂ ਨੂੰ ਹਜ਼ੂਰ ਸਾਹਿਬ ਤੋਂ ਆਏ ਜਾਣ ਕੇ, ਸਤਿਗੁਰੂ ਜੀ ਦੀ ਚਰਨ ਸ਼ਰਨ ਦੇ ਵਿੱਚੋਂ ਆਏ ਜਾਣ ਕੇ ਬਾਬਾ ਲੱਖਾ ਸਿੰਘ ਜੀ ਹੋਰਾਂ ਦਾ ਬੜਾ ਆਦਰ ਸਤਿਕਾਰ ਕਰਦੀਆਂ, ਔਰ ਜਿਹੜੀ ਵੀ ਮਨ ਦੀ ਕਾਮਨਾ ਹੁੰਦੀ ਇੱਥੇ ਸਤਿਗੁਰੂ ਸਾਹਿਬ ਜੀ ਦੇ ਘੋੜਿਆਂ ਦੇ ਅੱਗੇ ਆ ਕੇ ਤੇ ਸਤਿਗੁਰੂ ਸਾਹਿਬ ਜੀ ਦੇ ਇਹਨਾਂ ਸਿੰਘਾਂ ਦੇ ਕੋਲੇ ਆ ਕੇ ਗੁਰੂ ਕੀਆਂ ਸੰਗਤਾਂ ਉਹ ਮਨੋਕਾਮਨਾਵਾਂ ਨੂੰ ਸੰਪੂਰਨ ਕਰਦੀਆਂ, ਅਰਦਾਸਾਂ ਬੇਨਤੀਆਂ ਪੂਰਨ ਹੁੰਦੀਆਂ ਸੰਗਤਾਂ ਦੀਆਂ। ਔਰ ਸੰਗਤਾਂ ਖਾਲਸਾ ਪੰਥ ਨੂੰ ਸਾਧ ਸੰਗਤ ਜੀ ਬਹੁਤ ਕੀਮਤੀ ਘੋੜੇ ਆ ਕੇ ਭੇਟ ਕਰਿਆ ਕਰਦੀਆਂ। ਬਹੁਤ ਮਹਿੰਗੀ ਕਿਸਮ ਦੇ ਘੋੜੇ ਸਤਿਗੁਰੂ ਜੀ ਦੇ ਦਲ ਨੂੰ, ਬਾਬਾ ਲੱਖਾ ਸਿੰਘ ਜੀ ਹੋਰਾਂ ਨੂੰ ਸੰਗਤਾਂ ਆ ਕੇ ਭੇਟਾ ਕਰਦੀਆਂ। ਇਹ ਗੁਰੂ ਕੇ ਸਿੰਘ ਉਹਨਾਂ ਦੀ ਅਰਦਾਸ ਕਰਦੇ, ਸੰਗਤਾਂ ਦੀ ਅਰਦਾਸ ਪੂਰੀ ਹੋ ਜਾਇਆ ਕਰਦੀ। ਸ਼ੁਰੂ ਦੇ ਵਿੱਚ ਸੰਗਤਾਂ ਬੜੇ ਕੀਮਤੀ ਸੱਚੀ ਮੁੱਚੀ ਦੇ ਘੋੜੇ ਭੇਟ ਕਰਦੀਆਂ ਰਹੀਆਂ, ਪਰ ਸਮਾਂ ਜਿਉਂ-ਜਿਉਂ ਬਦਲਦਾ ਗਿਆ, ਕਿਉਂਕਿ ਸਾਧ ਸੰਗਤ ਜੀ ਕਈ ਵਾਰ ਜਿਹੜੀਆਂ ਮਰਿਆਦਾਵਾਂ ਚੱਲੀਆਂ, ਮਾਨਤਾਵਾਂ ਚੱਲਦੀਆਂ ਹੁੰਦੀਆਂ ਨਾ, ਸਮੇਂ ਦੇ ਨਾਲ ਉਹਨਾਂ ਵਿੱਚ ਹੇਰ ਫੇਰ ਪੈਦਾ ਹੋ ਜਾਂਦੇ ਆ, ਬਦਲਾਅ ਪੈਦਾ ਹੋ ਜਾਂਦੇ ਆ। ਉਸ ਵੇਲੇ ਸੰਗਤਾਂ ਸੱਚਮੁੱਚ ਦੇ ਘੋੜੇ ਭੇਟ ਕਰਦੀਆਂ, ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ। ਪਰ ਹੌਲੀ ਹੌਲੀ ਲੋਕਾਂ ਨੇ ਮਿੱਟੀ ਦੇ ਘੋੜੇ, ਖਿਡੌਣਿਆਂ ਦੇ, ਪਲਾਸਟਿਕ ਦੇ ਘੋੜੇ ਆਦਿਕ ਭੇਟਾ ਕਰਨੇ ਸ਼ੁਰੂ ਕਰ ਦਿੱਤੇ। ਅਸਲ ਜਿਹੜੇ ਘੋੜੇ ਉਹ ਹੋ ਗਏ ਮਹਿੰਗੇ, ਤੇ ਉਹ ਸਾਧ ਸੰਗਤ ਜੀ ਫਿਰ ਉਹ ਲੋਕ ਅਸਲ ਘੋੜੇ ਭੇਟ ਕਰਨੋਂ ਹਟ ਗਏ। ਸਿਰਫ ਇਸ਼ਾਰੇ ਮਾਤਰ ਹੀ, ਨਿਸ਼ਾਨੀ ਮਾਤਰ ਇਹ ਜਿਹੜੇ ਖਿਡੌਣਿਆਂ ਦੇ ਰੂਪ ਦੇ ਵਿੱਚ ਘੋੜੇ ਭੇਟ ਕਰਨੇ ਸ਼ੁਰੂ ਕਰ ਦਿੱਤੇ। ਅੱਜ ਵੀ ਤੁਸੀਂ ਨਾਭੇ ਦੀ ਧਰਤੀ ਉੱਤੇ ਜਾਓ, ਉਹ ਘੋੜਿਆਂ ਵਾਲਾ ਜਿਹੜਾ ਗੁਰਦੁਆਰਾ ਸਾਹਿਬ ਆ ਨਾ, ਅੱਜ ਉਸ ਦੀ ਕੋਈ ਵੀ ਕੰਧ, ਕੋਈ ਵੀ ਬਨੇਰਾ ਘੋੜਿਆਂ ਤੋਂ ਖਾਲੀ ਨਹੀਂ। ਲੱਕੜ ਦੇ ਘੋੜੇ, ਮਿੱਟੀ ਦੇ ਖਿਡੌਣੇ ਘੋੜੇ, ਪਲਾਸਟਿਕ ਦੇ ਘੋੜਿਆਂ ਦੇ ਨਾਲ ਕੰਧਾਂ ਭਰੀਆਂ ਨਜ਼ਰ ਆਉਣਗੀਆਂ। ਜਿਵੇਂ ਇੱਥੇ ਵੀ ਗੁਰਦੁਆਰਾ ਤੱਲਣ ਸਾਹਿਬ, ਹੁਣ ਪਤਾ ਨਹੀਂ ਇਹ ਕਿਵੇਂ ਮਰਿਆਦਾ ਸ਼ੁਰੂ ਹੋ ਗਈ। ਗੁਰੂ ਕੀਆਂ ਸੰਗਤਾਂ ਆ ਕੇ ਅਰਦਾਸ ਬੇਨਤੀਆਂ ਕਰਦੇ ਆ, ਜਿਨ੍ਹਾਂ ਨੇ ਦੇਸ਼ ਵਿਦੇਸ਼ ਜਾਣਾ ਹੁੰਦਾ, ਤੇ ਇੱਥੇ ਚਲੋ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਿਹੜੀ ਵੀ ਅਰਦਾਸ ਗੁਰੂ ਕਾ ਸਿੱਖ ਕਰਦਾ ਹੈ ਉਹ ਪੂਰਨ ਤਾਂ ਹੋਣੀ ਹੁੰਦੀ ਹੈ, ਕਿਉਂਕਿ ਸਤਿਗੁਰੂ ਸਾਹਿਬ ਸਭ ਤਰ੍ਹਾਂ ਦੀਆਂ ਮਨੋਕਾਮਨਾਵਾਂ ਗੁਰੂ ਕੀਆਂ ਸੰਗਤਾਂ ਦੀਆਂ ਪੂਰਨ ਕਰਦੇ ਹੈ। ਪਰ ਇੱਥੇ ਵੀ ਜਿਹੜਾ ਆ ਪਲਾਸਟਿਕ ਦੇ ਖਿਡੌਣੇ, ਜਹਾਜ਼ ਚੜਾਉਣ ਵਾਲਾ ਰਿਵਾਜ, ਇਹ ਪਿਛਲੇ ਥੋੜ੍ਹੇ ਜਿਹੇ ਸਾਲਾਂ ਤੋਂ ਹੀ ਪ੍ਰਚਲਿਤ ਹੋਇਆ। ਇਹ ਕੋਈ ਪੁਰਾਤਨ ਮਰਿਆਦਾ ਨਹੀਂ ਹੈ। ਜੇਕਰ ਦੇਖਿਆ ਜਾਵੇ ਤਾਂ ਇਹ ਥੋੜ੍ਹੇ ਜਿਹੇ ਸਾਲਾਂ ਤੋਂ ਹੀ ਇਹ ਜਿਹੜੇ ਪਲਾਸਟਿਕ ਦੇ ਜਹਾਜ਼, ਜਦੋਂ ਦਾ ਆ ਰੁਝਾਨ ਵਿਦੇਸ਼ਾਂ ਵਿੱਚ ਜਾਣ ਦਾ ਸਾਡੇ ਬੱਚੇ ਬੱਚੀਆਂ ਦਾ ਬਹੁਤਾ ਜ਼ਿਆਦਾ ਵਧਿਆ, ਕਿਉਂਕਿ ਇੱਧਰ ਪੜ੍ਹਾਈਆਂ ਕਰਕੇ ਵੀ ਸਰਕਾਰਾਂ ਕੋਈ ਨਿਆਂ ਨਹੀਂ ਦਿੰਦੀਆਂ, ਚੰਗੀਆਂ ਨੌਕਰੀਆਂ ਨਹੀਂ ਦਿੰਦੀਆਂ, ਤੇ ਇਸ ਕਰਕੇ ਸਾਡੇ ਨੌਜਵਾਨ ਬੱਚੇ ਬੱਚੀਆਂ ਦਾ ਰੁਝਾਨ ਵਿਦੇਸ਼ਾਂ ਵੱਲ ਦਿਨ ਬ ਦਿਨ ਵਧੇਰੇ ਤੋਂ ਵਧੇਰੇ ਹੁੰਦਾ ਜਾ ਰਿਹਾ ਹੈ। ਪਰ ਇੱਕ ਇੱਥੇ ਵੀ ਬਸ ਇਹ ਮਾਨਤਾ ਹੀ ਸੰਗਤ ਨੇ ਬਣਾ ਲਈ ਕਿ ਇੱਥੇ ਜਹਾਜ਼ ਭੇਟ ਕੀਤੇ ਜਾਂਦੇ ਆ, ਜਹਾਜ਼ ਪਲਾਸਟਿਕ ਦਾ ਚੜ੍ਹਾਈਏ ਤੇ ਮਨੋਕਾਮਨਾ ਪੂਰੀ ਹੋ ਜਾਂਦੀ ਹੈ, ਵੀਜ਼ੇ ਲੱਗ ਜਾਂਦੇ ਆ। ਬਹੁਤਾ ਦੇਖਣ ਵਿੱਚ ਆਇਆ, ਕਈ ਤਾਂ
ਨਾਲ ਮਠਿਆਈ ਦਾ ਡੱਬਾ ਹੁੰਦਾ, ਉੱਤੇ ਪਾਸਪੋਰਟ ਵੀ ਰੱਖ ਕੇ ਲੈ ਕੇ ਆਉਣਗੇ ਨਾਲ। ਤੇ ਕਈ ਪ੍ਰਬੰਧਕਾਂ ਨੂੰ ਫਿਰ ਇੱਥੇ ਲਿਖ ਕੇ ਲਾਉਣਾ ਪਿਆ, ਭਾਈ ਆਪਣਾ ਪਾਸਪੋਰਟ ਸੰਭਾਲ ਕੇ ਆਪਣੇ ਕੋਲੇ ਰੱਖੋ। ਗੋਲਕ ਨੂੰ ਕਿਉਂਕਿ ਜਿੰਦਰਾ ਵੱਜਿਆ ਹੁੰਦਾ, ਜੇ ਵਿੱਚ ਡਿੱਗ ਪਏ ਤੇ ਫਿਰ ਪਰੇਸ਼ਾਨੀ ਹੁੰਦੀ ਆ। ਫਿਰ ਪ੍ਰਬੰਧਕਾਂ ਨੂੰ ਲੱਭਣਾ ਪੈਂਦਾ, ਚਾਬੀ ਕਿਹਦੇ ਕੋਲੇ ਆ ਜੀ, ਉਹਦੇ ਵਿੱਚੋਂ ਪਾਸਪੋਰਟ ਕੱਢ ਕੇ ਦਿਓ ਇਹਨਾਂ ਦਾ। ਸੋ ਇਸ ਕਰਕੇ ਜਿਹੜੀਆਂ ਸ਼ੁਰੂਆਤੀ ਮਰਿਆਦਾਵਾਂ ਮਾਨਤਾਵਾਂ ਹੁੰਦੀਆਂ ਉਹ ਕਿਸੇ ਹੋਰ ਤਰੀਕੇ ਨਾਲ ਹੁੰਦੀ ਹੈ ਸ਼ੁਰੂਆਤ, ਪਰ ਹੌਲੀ ਹੌਲੀ ਫਿਰ ਉਹ ਇੱਕ ਮਰਿਆਦਾ ਹੀ ਬਣ ਜਾਂਦੀ ਹੈ। ਉਹਨੂੰ ਲੋਕ ਮਾਨਤਾ ਰੂਪ ਦੇ ਵਿੱਚ ਹੀ ਮੰਨਣ ਲੱਗ ਪੈਂਦੇ ਹੈ। ਸੋ ਇਸ ਕਰਕੇ ਉਹ ਜਿਹੜਾ ਬਾਬਾ ਅਜਾਪਾਲ ਜੀ ਵਾਲਾ ਗੁਰਦੁਆਰਾ, ਘੋੜਿਆਂ ਵਾਲਾ ਗੁਰਦੁਆਰਾ ਕਰਕੇ ਜਿਹਨੂੰ ਜਾਣਿਆ ਜਾਂਦਾ ਸੀ, ਪਹਿਲਾਂ ਅਸਲ ਵਿੱਚ ਜਿਹੜੇ ਘੋੜੇ ਹੁੰਦੇ ਸਨ ਸੋ ਉਹ ਖਾਲਸਾ ਪੰਥ ਦੀ ਭੇਟਾ ਕੀਤੇ ਜਾਂਦੇ, ਪਰ ਹੌਲੀ ਹੌਲੀ ਫਿਰ ਉਹ ਮਰਿਆਦਾ ਬਦਲਦੀ ਗਈ। ਪਲਾਸਟਿਕ ਦੇ, ਲੱਕੜ ਦੇ ਘੋੜਿਆਂ ਦੇ ਨਾਲ ਅੱਜ ਗੁਰਦੁਆਰਿਆਂ ਦੀਆਂ ਉਹਨਾਂ ਦੀਆਂ ਕੰਧਾਂ ਭਰੀਆਂ ਹੋਈਆਂ ਹਨ। ਰਹੋ ਵਿਚਾਰ। ਉਹ ਭਾਈ ਲੱਖਾ ਸਿੰਘ ਜੀ ਆਏ ਗੁਰਦਰਬਾਰ ਦੇ ਵਿੱਚ, ਸਤਿਗੁਰੂ ਦੇ ਕਮਰੇ ਵਿੱਚ, ਤੰਬੂ ਵਿੱਚ ਆਉਂਦੇ ਹੀ ਉਹਨਾਂ ਨੇ ਉਹ ਗੁਲਖਾਂ ਪਠਾਨ ਦਾ ਜਿਹੜਾ ਸੀਸ ਧੜ ਦੇ ਨਾਲੋਂ ਅਲੱਗ ਕਰ ਦਿੱਤਾ। ਇਸ ਤਰ੍ਹਾਂ ਇੱਕ ਹੋਰ ਸਿੱਖ ਆਇਆ, ਭਾਈ ਸੰਤੋਖ ਸਿੰਘ ਜੀ ਦੀ ਡਿਊਟੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਅਦ ਵਿੱਚ ਲਾਈ ਕਿ ਭਾਈ ਤੁਸੀਂ ਆ ਹਜੂਰ ਸਾਹਿਬ ਵਿਖੇ ਰਹਿਣਾ, ਸਾਡੇ ਸੱਚਖੰਡ ਜਾਣ ਤੋਂ ਬਾਅਦ ਤੁਸੀਂ ਇੱਥੇ ਗੁਰੂ ਕੇ ਲੰਗਰਾਂ ਦੀ ਸੇਵਾ ਜਾਰੀ ਰੱਖਣੀ ਹੈ। ਮਹਾਰਾਜ ਲੰਗਰਾਂ ਵਾਸਤੇ ਰਸਤ ਪਾਣੀ, ਸਤਿਗੁਰੂ ਸਾਹਿਬ ਕਹਿੰਦੇ ਅਸੀਂ ਹਮੇਸ਼ਾ ਹਾਜ਼ਰ ਨਾਜ਼ਰ ਹੈ, ਅਰਦਾਸ ਕਰ ਦਿਆ ਕਰੋ, ਸਭ ਕੁਝ ਇੱਥੇ ਬੈਠਿਆਂ ਬਿਠਾਇਆਂ ਨੂੰ ਮਿਲੇਗਾ। ਸੋ ਸਿੰਘ ਦੀ ਆ ਕੇ ਨਜ਼ਰ ਪਈ, ਸਤਿਗੁਰੂ ਜੀ ਦਾ ਤਨ ਜਿਹੜਾ, ਸਤਿਗੁਰੂ ਜੀ ਦਾ ਬਿਸਤਰਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਚੋਲਾ ਖੂਨ ਦੇ ਨਾਲ ਲੱਥ-ਪੱਥ ਲਾਲ ਹੋਇਆ ਹੋਇਆ। ਪਤਾ ਲੱਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਡੂੰਘਾ ਜ਼ਖਮ ਆਇਆ ਹੈ, ਕਟਾਰ ਦਾ ਵਾਰ ਇਸ ਪਠਾਨ ਨੇ ਕੀਤਾ ਹੈ। ਇਉਂ ਗੁਰੂ ਕੀਆਂ ਸੰਗਤਾਂ ਜਿਹੜੀਆਂ ਗੁਰੂ ਕੇ ਸਿੱਖ ਹੈ ਉਹਨਾਂ ਨੇ ਡਾਢੀ ਚਿੰਤਾ ਜਤਾਈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਜਿਵੇਂ ਹੌਸਲਾ ਦਿੱਤਾ ਔਰ ਅਗਾਂਹ ਸਤਿਗੁਰੂ ਜੀ ਜਿਵੇਂ ਕੌਤਕ ਵਰਤਾ ਰਹੇ ਹਨ। ਆਓ ਇਤਿਹਾਸਕ ਪ੍ਰਸੰਗ ਨੂੰ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ। ਭਇਓ ਕਾਲ ਪੁਰਖ ਰਖਵਾਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਸੰਗਤਾਂ ਨੇ ਚਿੰਤਾ ਜਤਾਈ, ਮਹਾਰਾਜ ਆਪ ਜੀ ਨੂੰ ਬਹੁਤ ਡੂੰਘਾ ਜ਼ਖਮ ਆਇਆ ਹੋਇਆ ਹੈ, ਕਟਾਰ ਦਾ ਵਾਰ, ਖੰਜਰ ਦਾ ਵਾਰ ਆਪ ਜੀ ਉੱਤੇ ਇਸ ਪਠਾਨ ਨੇ ਕੀਤਾ ਹੈ, ਤਾਂ ਸਤਿਗੁਰੂ ਹੌਸਲਾ ਦਿੰਦੇ ਹੋਏ ਸੰਗਤਾਂ ਨੂੰ ਕਹਿਣ ਲੱਗੇ, ਕਹਿੰਦੇ ਭਾਈ ਕੋਈ ਗੱਲ ਨਹੀਂ, ਚਿੰਤਾ ਦੀ ਗੱਲ ਨਹੀਂ ਹੈ, ਕੋਈ ਫਿਕਰ ਵਾਲੀ ਗੱਲ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਸਾਡਾ ਰਾਖਾ ਹੋਇਆ ਹੈ, ਉਸਨੇ ਸਾਡੀ ਰੱਖਿਆ ਕੀਤੀ ਹੈ। ਹਾਂ, ਤਨਕ ਮਾਤਰ ਹੀ, ਥੋੜੇ ਮਾਤਰ ਹੀ ਸਾਡੇ ਸਰੀਰ ਦੇ ਉੱਤੇ ਜਿਹੜਾ ਇਹ ਜਮਦਰ ਦਾ ਖੰਜਰ ਦਾ ਵਾਰ ਪਠਾਨ ਨੇ ਕੀਤਾ ਹੈ, ਇਹਦਾ ਜਿਹੜਾ ਵਾਰ ਹੋਇਆ ਇਹਦੇ ਨਾਲ ਕੋਈ ਬਹੁਤਾ ਜ਼ਖਮ ਨਹੀਂ ਆਇਆ, ਥੋੜਾ ਜ਼ਖਮ ਹੋਇਆ ਹੈ। ਬਾਕੀ ਕਹਿੰਦੇ ਭਾਈ ਦੋ ਜਿਹੜੀਆਂ ਇਹ ਜਮਦਰਾਂ, ਦੋ ਕਟਾਰਾਂ ਗੁਰੂ ਕਾ ਸਿੱਖ ਭੇਟ ਕਰਕੇ ਗਿਆ ਸੀ ਪਾਲੀਪੁਰ ਵਾਲੇ, ਸੋ ਕਹਿੰਦੇ ਉਹਨਾਂ ਵਿੱਚੋਂ ਜਿਹੜੀ ਦੂਜੀ ਕਟਾਰ ਉਹ ਸਾਡੇ ਕੋਲ ਪਈ ਸੀ, ਉਸ ਕਟਾਰ ਦਾ ਵਾਰ ਅਸੀਂ ਕੀਤਾ। ਅਸੀਂ ਉਹ ਦੁਸ਼ਮਣ ਨੂੰ ਜਾਣ ਨਹੀਂ ਦਿੱਤਾ, ਥਾਂ ਚਿੱਤ ਕਰ ਦਿੱਤਾ, ਮਾਰ ਕੇ ਸੁੱਟ ਦਿੱਤਾ। ਜਦੋਂ ਸਿੰਘਾਂ ਨੇ ਸੁਣਿਆ ਤਤਸ਼ਨੀ ਸਿੰਘ ਜਲ ਲੈ ਕੇ ਆਏ, ਔਰ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜ਼ਖਮ ਸੀ ਉਸ ਜਲ ਦੇ ਨਾਲ ਪਖਾਰਿਆ, ਧੋਤਾ ਇਹਨਾਂ ਨੇ। ਔਰ ਇੱਕ ਸਿਆਣੇ ਸਿੱਖ ਨੇ ਵਧੀਆ ਕਿਸਮ ਦੇ ਲੋਹੇ ਦੀ ਜਿਹੜੀ ਸੂਈ ਲਈ ਸੀ, ਉਸ ਦੇ ਬੰਦ ਦੇ ਵਿੱਚ ਸਾਧ ਸੰਗਤ ਜੀ ਰੇਸ਼ਮ ਦਾ ਧਾਗਾ ਪਰੋ ਲਿਆ ਤੇ ਸਨੇ ਸਨੇ ਹੌਲੀ ਹੌਲੀ ਜਿਹੜਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜ਼ਖਮ ਸੀ ਨਾ, ਉਹ ਰੇਸ਼ਮ ਦੇ ਧਾਗੇ ਦੇ ਨਾਲ ਸੂਈ ਲੰਘਾ ਕੇ ਸਾਧ ਸੰਗਤ ਜੀ ਸਿਆਣੇ ਗੁਰਸਿੱਖਾਂ ਨੇ ਇਹਦੇ ਉੱਤੇ ਤੋਪੇ ਲਾ ਦਿੱਤੇ, ਜ਼ਖਮ ਨੂੰ ਸੀ ਦਿੱਤਾ। ਔਰ ਉੱਪਰੋਂ ਪੱਟੀ ਬੰਨ੍ਹ ਦਿੱਤੀ ਐ, ਬੰਦ ਕਰ ਦਿੱਤਾ ਚੰਗੀ ਤਰ੍ਹਾਂ। ਔਰ ਸਤਿਗੁਰ ਸੱਚੇ ਪਾਤਸ਼ਾਹ ਬੜੇ ਭਲੀ ਪ੍ਰਕਾਰ ਕਰਕੇ ਆਪਣੇ ਪਲੰਘ ਦੇ ਉੱਤੇ ਬਿਰਾਜਮਾਨ ਹੋਏ ਔਰ ਆਪਣੀ ਰੁਚੀ ਦੇ ਮੁਤਾਬਕ ਸਤਿਗੁਰੂ ਨੇ ਭੋਜਨ ਪ੍ਰਸ਼ਾਦਾ ਨਹੀਂ ਛੱਡਿਆ ਕਿ ਜ਼ਖਮ ਹੋ ਗਿਆ ਹੁਣ ਭੋਜਨ ਛਕਣਾ ਛੱਡ ਦਿਓ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਭੋਜਨ ਪ੍ਰਸ਼ਾਦਾ ਵੀ ਛਕਿਆ, ਕਿਉਂਕਿ ਸਾਧ ਸੰਗਤ ਸਤਿਗੁਰੂ ਜੀ ਤਾਂ ਸਿੱਖਾਂ ਨੂੰ ਵਿਦੇਹ ਮੁਕਤੀ ਬਖਸ਼ਣ ਵਾਲੇ ਹੈ।
ਤੇ ਸਤਿਗੁਰੂ ਆਪ ਦੇਹ ਨਾਲ ਥੋੜ੍ਹੀ ਜੁੜੇ ਹੋਏ ਆ। ਜੇ ਸਰੀਰ ਦੇ ਉੱਤੇ ਜ਼ਖਮ ਹੋ ਗਿਆ, ਉਹਦਾ ਦੁੱਖ ਮੰਨਦੇ ਹੋਣ। ਬਦੇਹ ਮੁਕਤ ਕੀ ਅਵਸਥਾ ਹੁੰਦੀ ਆ ਸਾਧ ਸੰਗਤ ਜੀ? ਜਿਵੇਂ ਆਪਾਂ ਸਾਧ ਸੰਗਤ ਜੀ ਸਰੀਰ ਦੇ ਉੱਤੇ ਆਪਣੇ ਦੁੱਖ ਸੁੱਖ ਆਉਂਦਾ ਹੈ, ਭੁੱਖ ਪਿਆਸ ਲੱਗਦੀ ਹੈ, ਪਰ ਇਸ ਤੋਂ ਪਾਸੇ ਹੋ ਜਾਣਾ, ਇਸ ਤੋਂ ਉੱਪਰ ਅਵਸਥਾ ਉੱਠ ਜਾਣੀ, ਉਹਨੂੰ ਬਦੇਹ ਮੁਕਤੀ ਦੀ ਅਵਸਥਾ ਕਿਹਾ ਜਾਂਦਾ ਹੈ। ਸਤਿਗੁਰੂ ਜੀ ਨੇ 48 ਸਿੰਘਾਂ ਨੂੰ ਜਦੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਮੁੱਚੀ ਗੁਰਬਾਣੀ ਕੰਠੋਂ ਉਚਾਰਨ ਕਰਕੇ ਸਰੂਪ ਲਿਖਵਾਏ ਸਨ। ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਵਰਗੇ ਗੁਰਸਿੱਖਾਂ ਨੂੰ ਲਿਖਾਰੀ ਲਾ ਕੇ ਔਰ 48 ਸਿੰਘਾਂ ਨੂੰ ਅਰਥ ਸਿਖਾ ਕੇ ਤੇ ਉਹਨਾਂ ਨੂੰ ਬਦੇਹ ਮੁਕਤੀ ਦੀ ਦਾਤ ਬਖਸ਼ਿਸ਼ ਕੀਤੀ ਸੀ। ਸਾਧ ਸੰਗਤ, ਇਹ ਬਦੇਹ ਮੁਕਤੀ ਕੀ ਹੈ? ਸਰੀਰ ਦੇ ਵਿੱਚ ਰਹਿੰਦਿਆਂ ਹੋਇਆ ਵੀ ਸਰੀਰ ਤੋਂ ਉੱਪਰ ਉੱਠ ਜਾਣਾ, ਸਰੀਰ ਨੂੰ ਕੋਈ ਦੁੱਖ ਸੁੱਖ ਨਾ ਵਿਆਪਣਾ, ਭੁੱਖ ਤੇ ਨਾ ਵਿਆਪਣੀ, ਕੋਈ ਸਾਧ ਸੰਗਤ ਜੀ ਮਾਨ ਸਨਮਾਨ ਜਾਂ ਇਹ ਸਰੀਰ ਦਾ ਨਰਾਦਰ ਹੋਵੇ, ਇਹ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਉੱਪਰ ਉੱਠ ਜਾਣਾ, ਇਸ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਬਦੇਹ ਮੁਕਤੀ ਦੀ ਦਾਤ ਕਹਿੰਦੇ ਹਨ। ਔਰ ਸਤਿਗੁਰੂ ਜਿਹੜੇ ਸਿੱਖਾਂ ਨੂੰ ਬਦੇਹ ਮੁਕਤੀ ਬਖਸ਼ਣ ਵਾਲੇ ਹੈ, ਆਪ ਤਾਂ ਉਹ ਬਦੇਹ ਮੁਕਤ ਹੈਗੇ ਹੀ ਹੈ। ਇਹਨੂੰ ਇੱਕ ਉਦਾਹਰਨ ਦੁਆਰਾ ਇਉਂ ਵੀ ਸਮਝਿਆ ਜਾ ਸਕਦਾ, ਜਿਵੇਂ ਕੱਚਾ ਨਾਰੀਅਲ ਹੁੰਦਾ ਨਾ ਸਾਧ ਸੰਗਤ, ਉਹਦੇ ਉੱਤੇ ਆਪਾਂ ਕੋਈ ਡੰਡਾ ਮਾਰੀਏ ਤਾਂ ਵਿੱਚੇ ਉਹਦੀ ਗਿਰੀ ਫੁੱਟ ਜਾਂਦੀ ਹੈ ਨਾਲ ਦੀ ਨਾਲ, ਕਿਉਂਕਿ ਆਪਣੀ ਦੇਹ ਦੇ ਨਾਲ ਉਹ ਜੁੜਿਆ ਹੋਇਆ ਹੈ। ਪਰ ਜਦੋਂ ਨਾਰੀਅਲ ਪੱਕ ਜਾਵੇ ਤੇ ਜਿਹੜੀ ਉਹ ਸਾਧ ਸੰਗਤ ਅੰਦਰ ਠੂਠੀ ਹੁੰਦੀ ਹੈ ਨਾ, ਖੋਪਾ ਹੁੰਦਾ ਨਾਰੀਅਲ, ਉਹ ਫਿਰ ਵੱਖਰਾ ਹੋ ਜਾਂਦਾ, ਵਿੱਚ ਖੜਕਦਾ। ਜੇ ਆਪਾਂ ਖੜਕਾ ਕੇ ਦੇਖੀਏ ਪੱਕੇ ਨਾਰੀਅਲ, ਉਹਦੇ ਉੱਤੇ ਆਪਾਂ ਸਾਧ ਸੰਗਤ ਘੋਟਣੇ ਮਾਰੀ ਜਾਈਏ, ਡੰਡੇ ਮਾਰੀ ਜਾਈਏ, ਉਹ ਉੱਪਰ ਵਾਲੀ ਛਿੱਲ ਤਾਂ ਟੁੱਟ ਜਾਏਗੀ, ਪਰ ਵਿਚਲੀ ਗਿਰੀ ਨੂੰ ਕੁਝ ਨਹੀਂ ਹੁੰਦਾ, ਕਿਉਂਕਿ ਉਹ ਤਾਂ ਵੱਖਰੀ ਹੋ ਗਈ ਹੈ ਨਾ। ਇਸੇ ਤਰ੍ਹਾਂ ਬਦੇਹ ਮੁਕਤ ਦੀ ਅਵਸਥਾ ਸਮਝਣੀ ਹੈ ਕਿ ਸਰੀਰ ਦੇ ਵਿੱਚ ਰਹਿੰਦੇ ਜ਼ਰੂਰ ਆ, ਪਰ ਸਰੀਰ ਦਾ ਦੁੱਖ ਸੁੱਖ ਨਹੀਂ ਉਹਨਾਂ ਨੂੰ ਕੋਈ ਵਿਆਪਦਾ ਹੁੰਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਬਦੇਹ ਮੁਕਤੀ ਸਿੱਖਾਂ ਨੂੰ ਬਖਸ਼ਣ ਵਾਲੇ, ਆਪ ਵੀ ਬਦੇਹ ਮੁਕਤ ਹੈ। ਇਸ ਕਰਕੇ ਉਹਨਾਂ ਨੇ ਭੋਜਨ ਪ੍ਰਸ਼ਾਦਾ ਛੱਡਿਆ ਨਹੀਂ। ਰੁਚੀ ਦੇ ਮੁਤਾਬਕ ਸਤਿਗੁਰ ਸੱਚੇ ਪਾਤਸ਼ਾਹ ਨੇ ਭੋਜਨ ਪ੍ਰਸ਼ਾਦਾ ਛਕਿਆ। ਸੁਬਦ ਰਾਤ ਬੀਤੀ ਹੋਏ ਪ੍ਰਾਤੀ, ਇਉਂ ਸਾਧ ਸੰਗਤ ਜੀ ਰਾਤਰੀ ਸਮੇਂ ਸਾਰੇ ਗੁਰਸਿੱਖਾਂ ਨੇ ਵਿਸ਼ਰਾਮ ਕੀਤਾ, ਸੁੱਤੇ ਸਾਰੇ। ਰਾਤ ਬਤੀਤ ਹੋਈ ਤੇ ਅੰਮ੍ਰਿਤ ਵੇਲਾ ਹੋਇਆ। ਲਿਖੀ ਖਾਲਸੇ ਮਿਲ ਕਰ ਪਾਤੀ, ਗੁਰੂ ਕੇ ਖਾਲਸਿਆਂ ਨੇ ਮਿਲ ਕੇ ਆਪਸ ਦੇ ਵਿੱਚ ਸਲਾਹ ਮਸ਼ਵਰਾ ਕਰਕੇ ਇੱਕ ਪਾਤੀ, ਇੱਕ ਪੱਤਰਕਾ ਚਿੱਠੀ ਲਿਖ ਭੇਜੀ। ਜਿਹੜਾ ਬਾਦਸ਼ਾਹ ਬਹਾਦਰ ਸ਼ਾਹ ਸੀ ਉਸ ਵੱਲ, ਸ਼ਾਹ ਬਹਾਦਰ ਟਿਕ ਸੁਧ ਪਰ ਪਠੀ, ਔਰ ਇਸ ਚਿੱਠੀ ਦੇ ਵਿੱਚ ਬਹਾਦਰ ਸ਼ਾਹ ਦੇ ਕੋਲ ਇਹ ਸਾਰੀ ਖਬਰਸਾਰ ਲਿਖ ਕੇ ਭੇਜੀ। ਉਦੋਂ ਨਿਕਟ ਉਦ ਖੋਲਤ ਪਠੀ, ਉਹਨੇ ਸਾਧ ਸੰਗਤ ਜੀ ਜਦੋਂ ਖੋਲ ਕੇ ਪੜ੍ਹੀ, ਜਦੋਂ ਉਹਦੇ ਕੋਲੇ ਪਹੁੰਚੀ ਚਿੱਠੀ, ਕਿਆ ਭਇਓ ਰਹਿਓ ਬਿਸਮਾਏ, ਸਾਰਾ ਹਾਲ ਲਿਖ ਦਿੱਤਾ ਵੀ ਤੂੰ ਇਹੋ ਜਿਹੀਆਂ ਕਰਤੂਤਾਂ ਵਾਲੇ ਪਠਾਨ ਆਪਣੇ ਕੋਲੇ ਰੱਖੇ ਐ। ਗੁਰੂ ਮਹਾਰਾਜ ਉੱਤੇ ਹੀ ਉਹਨਾਂ ਨੇ ਵਾਰ ਕਰ ਦਿੱਤਾ। ਸੁਣ ਕੇ ਜਿਹੜਾ ਬਹਾਦਰ ਸ਼ਾਹ ਹਲੇ ਪੰਜਾਬ ਨਹੀਂ ਪਹੁੰਚਿਆ ਸੀ, ਦੱਖਣ ਦੀ ਧਰਤੀ ਤੇ ਸੀ, ਹੈਦਰਾਬਾਦ ਵੱਲ, ਜਦੋਂ ਖਾਲਸਿਆਂ ਦੀ ਚਿੱਠੀ ਉਹਦੇ ਕੋਲੇ ਪਹੁੰਚੀ, ਪੜ੍ਹ ਕੇ ਬੜਾ ਹੈਰਾਨ ਹੋਇਆ ਵੀ ਆਹ ਕੀ ਗੱਲ ਹੋ ਗਈ। ਤੁਰਤ ਜਰਾਨ ਕੋ ਬੁਲਵਾਈ, ਉਸ ਵੇਲੇ ਸਾਧ ਸੰਗਤ ਜੀ ਉਹਨੇ ਤੁਰੰਤ ਹੀ ਜਰਾਹਾਂ ਨੂੰ ਬੁਲਾਇਆ। ਜਰਾਹ ਹੁੰਦੇ ਜਿਹੜੇ ਸਾਧ ਸੰਗਤ ਸਰੀਰ ਦੀ ਚੀਰ ਫਾੜ ਕਰਦੇ, ਜਿਵੇਂ ਅੱਜ ਕੱਲ੍ਹ ਆਪਾਂ ਉਹਨਾਂ ਨੂੰ ਡਾਕਟਰਾਂ ਨੂੰ ਆਪਾਂ ਕਹਿੰਦੇ ਆ ਸਰਜਨ, ਜਿਹੜੇ ਆਪਰੇਸ਼ਨ ਕਰਨ ਵਾਲੇ ਆ, ਜਿਹੜੇ ਚੀਰ ਫਾੜ ਸਰੀਰ ਦੀ ਕਰਕੇ ਬਿਮਾਰੀ ਅੰਦਰੋਂ ਕੱਢ ਦਿੰਦੇ ਆ, ਤੋਪੇ ਲਾ ਦਿੰਦੇ ਆ, ਸਰੀਰ ਨੂੰ ਸੀ ਦਿੰਦੇ ਆ, ਉਹਨਾਂ ਨੂੰ ਮੁਸਲਮਾਨਾਂ ਦੀ ਭਾਸ਼ਾ ਵਿੱਚ ਜਰਾਹ ਕਿਹਾ ਜਾਂਦਾ ਹੈ। ਤੇ ਸਾਧ ਸੰਗਤ ਜੀ ਆ ਅੰਗਰੇਜ਼ਾਂ ਦੇ ਵਿੱਚ, ਅੰਗਰੇਜ਼ੀ ਭਾਸ਼ਾ ਦੇ ਵਿੱਚ ਸਰਜਨ ਕਿਹਾ ਜਾਂਦਾ ਹੈ। ਤੇ ਆਪਾਂ ਵੀ ਆਮ ਸਾਰੇ ਉਹਨਾਂ ਨੂੰ ਡਾਕਟਰ ਕਹਿ ਦਿੰਦੇ ਆ ਜਾਂ ਸਰਜਨ ਹੀ ਕਹਿੰਦੇ ਆ। ਸੋ ਇਸ ਪ੍ਰਕਾਰ ਜਿਹੜੇ ਦੋ ਸਰਜਨ, ਦੋ ਜਰਾਹ ਸੀ, ਉਹਨੇ ਆਪਣੇ ਕੋਲ ਤੁਰੰਤ ਬੁਲਾ ਲਏ ਕਰ ਤਾਗੀਦ ਦੇ ਹੈ ਬਲੀ, ਤੇ ਉਹਨਾਂ ਨੂੰ ਚੰਗੀ ਤਰ੍ਹਾਂ ਪੱਕੀ ਕਰਕੇ, ਤਗੀਦ ਕਰਕੇ 2 ਬਲੀ ਘੋੜੇ ਦੇ ਦਿੱਤੇ। ਰਾਜੀ ਕਰੋ ਜ਼ਖਮ ਬਿਦ ਭਰੀ, ਕਹਿੰਦਾ ਜਲਦੀ ਪਹੁੰਚੋ, ਜਾ ਕੇ ਸਤਿਗੁਰੂ ਸਾਹਿਬ ਜੀ ਦਾ ਜਿਹੜਾ ਜ਼ਖਮ ਹੈ ਇਹਨੂੰ ਜਲਦੀ ਰਾਜੀ ਕਰੋ, ਭਲੀ ਪ੍ਰਕਾਰ ਕਰਕੇ ਬਿਲਕੁਲ ਠੀਕ ਕਰੋ। ਰੰਗ ਦਵਾਵਤ ਸੋ ਚਲ ਆਈ, ਉਹ ਜਿਹੜੇ ਸਰਜਨ ਸਨ, ਜਰਾਹ ਸਨ, ਘੋੜਿਆਂ ਨੂੰ ਭਜਾ ਕੇ ਜਲਦੀ ਪਹੁੰਚ ਗਏ। ਦਰਸ਼ਨ ਕਰਕੇ ਸੀਸ ਨਵਾਈ, ਆ ਕੇ ਇਹਨਾਂ ਨੇ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ, ਨਮਸਕਾਰ ਕੀਤੀ, ਸਿਰ ਨਵਾਇਆ। ਖੋਲ ਜ਼ਖਮ ਕਉ ਸਭ ਵਿਦਹਿਰਾ, ਫਿਰ ਇਹਨਾਂ ਨੇ ਜ਼ਖਮ ਦੇ ਉੱਤੋਂ ਪੱਟੀ ਖੋਲ ਕੇ ਚੰਗੀ ਤਰ੍ਹਾਂ ਦੇਖਿਆ। ਸੁਭ ਉਪਚਾਰ ਕਰੇ ਤਸਬੀਰਾ,
ਉਸ ਵੇਲੇ ਜੋ ਵੀ ਚੰਗੇ ਤੋਂ ਚੰਗਾ ਇਲਾਜ ਇਹਨਾਂ ਵੱਲੋਂ ਹੋ ਸਕਦਾ ਸੀ ਇਹਨਾਂ ਨੇ ਸਤਿਗੁਰੂ ਜੀ ਦੇ ਜ਼ਖਮ ਦਾ ਕੀਤਾ। ਵਿਸ਼ੇਸ਼ਾ ਲਿਖਿਓ ਪਰਵੰਨਾ ਔਰ ਇੱਧਰ ਜਿਹੜਾ ਬਹਾਦਰ ਸ਼ਾਹ ਸੀ ਇਹਨਾਂ ਜਰਾਹਾਂ ਨੂੰ ਭੇਜਣ ਤੋਂ ਬਾਅਦ ਇਹਨੇ ਇੱਕ ਬੇਨਤੀ ਪੱਤਰ ਇੱਕ ਪਰਵਾਨਾ ਸਤਿਗੁਰੂ ਜੀ ਵੱਲ ਲਿਖ ਭੇਜਿਆ। ਤਿਨ ਖਾਨਨ ਪਰ ਕੁਪਿਓ ਮਹਾਨਾ ਔਰ ਜਿਹੜੇ ਖਾਨ ਸੀ ਪਠਾਨ ਸਨ ਇਹਦੀ ਫੌਜ ਦੇ ਵਿੱਚ ਜਿਨ੍ਹਾਂ ਦੇ ਨਾਲ ਇਹ ਸਾਧ ਸੰਗਤ ਜੀ ਗੁਲਖਾਂ ਪਠਾਨ ਰਹਿੰਦਾ ਸੀ ਇਹਦੇ ਸਾਥੀ ਸਨ ਉਹਨਾਂ ਨੂੰ ਵੀ ਸਾਧ ਸੰਗਤ ਇਹਨੇ ਬੜਾ ਦਬਕਿਆ ਉਹਨਾਂ ਨੂੰ ਵੀ ਇਹਨੇ ਇਕੱਠੇ ਕਰ ਲਿਆ ਜੇ ਰਾਵਰ ਕੀ ਐ ਸੁਪਾਉ ਤੇ ਨਾਲ ਸਾਧ ਸੰਗਤ ਜੀ ਉਹਨਾਂ ਦੇ ਉੱਤੇ ਕ੍ਰੋਧਿਤ ਵੀ ਹੁੰਦਾ ਵੀ ਤੁਸੀਂ ਆਹ ਕੰਮ ਕੀ ਕੀਤਾ। ਤੇ ਇਧਰ ਚਿੱਠੀ ਵਿੱਚ ਲਿਖ ਭੇਜਿਆ ਕਿ ਮਹਾਰਾਜ ਜੇਕਰ ਮੈਂ ਆਪ ਜੀ ਦੀ ਆਗਿਆ ਪਾ ਲਵਾਂ ਤੁਹਾਡਾ ਹੁਕਮ ਹੋਵੇ ਇਹਨਾਂ ਸਭ ਜਨ ਕੇ ਹੱਥ ਵਟਾਉ ਤੇ ਮਹਾਰਾਜ ਜਿੰਨੇ ਪਠਾਨ ਹੈ ਮੇਰੀ ਫੌਜ ਦੇ ਵਿੱਚ ਇਹਨਾਂ ਸਾਰਿਆਂ ਦੇ ਮੈਂ ਹੱਥ ਵਢਾ ਦੇਵਾਂ ਐ ਨੌਕਾ ਕੇ ਵਿੱਚ ਚੜਾਉ ਜਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਇੱਕ ਬੇੜੀ ਵਿੱਚ ਚੜਾ ਲਵਾਂ ਜਲ ਗੰਭੀਰ ਮੈਂ ਸਭਨ ਡੁਬਾਉ ਤੇ ਡੂੰਘੇ ਪਾਣੀ ਵਿੱਚ ਜਾ ਕੇ ਸਾਰਿਆਂ ਨੂੰ ਡੋਬ ਕੇ ਮਾਰ ਦੇਵਾਂ। ਸ੍ਰੀ ਗੁਰੂ ਟਿਕ ਆਇਓ ਪਟਵਾਇਓ ਜਦੋਂ ਗੁਰੂ ਮਹਾਰਾਜ ਕੋਲ ਆ ਚਿੱਠੀ ਆਈ ਸਤਿਗੁਰੂ ਜੀ ਨੇ ਪੜ੍ਹਾ ਲਈ। ਕਿਰਪਾ ਕਰਤੇ ਹੁਕਮ ਲਾਇਓ ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕਰਦਿਆਂ ਹੁਕਮ ਕੀਤਾ। ਇਹ ਸਭ ਕਾਰ ਹਮੋ ਕਰਵਾਈ ਦੇਖੋ ਨਿਰਵੈਰ ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਨੂੰ ਦੋਸ਼ ਨਹੀਂ ਦੇ ਰਹੇ। ਕਹਿੰਦੇ ਭਾਈ ਇਹ ਜਿਹੜੀ ਕਾਰ ਹੈ ਇਹ ਜਿਹੜਾ ਕੰਮ ਹੈ ਇਹ ਤਾਂ ਅਸੀਂ ਆਪ ਹੀ ਐਸਾ ਕੌਤਕ ਕੀਤਾ ਹੈ ਕਰਵਾਇਆ ਹੈ। ਇਹ ਪਰ ਦੋਸ਼ ਨਾ ਇਹਨੂੰ ਕਦਾਈ ਭਾਈ ਤੇਰੀ ਫੌਜ ਵਿੱਚ ਜਿਹੜੇ ਪਠਾਨ ਹੈ ਇਹਨਾਂ ਨੂੰ ਕੋਈ ਦੋਸ਼ ਨਾ ਦੇ ਇਹਨਾਂ ਦਾ ਕੋਈ ਕਸੂਰ ਨਹੀਂ ਹੈ। ਪਠਾਨ ਸਾਧ ਸੰਗਤ ਜੀ ਅਲੱਗ ਹੈ ਇਹ ਜਿਹੜਾ ਬਹਾਦਰ ਸ਼ਾਹ ਬਾਦਸ਼ਾਹ ਸੀ ਇਹ ਮੁਗਲ ਸੀ। ਇਹਨਾਂ ਦੀਆਂ ਵੱਖਰੀਆਂ ਵੱਖਰੀਆਂ ਜਾਤੀਆਂ ਕੋਈ ਮੁਗਲ ਹਨ ਕੋਈ ਪਠਾਨ ਹਨ ਕੋਈ ਸੈਯਦ ਹਨ। ਇਸੇ ਪ੍ਰਕਾਰ ਇਹ ਜਿਹੜੇ ਪਠਾਨ ਸੀ ਇਹਦੀ ਫੌਜ ਵਿੱਚ ਬਹਾਦਰ ਸ਼ਾਹ ਮੁਗਲ ਦੀ ਫੌਜ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹਨਾਂ ਦਾ ਕੋਈ ਕਸੂਰ ਨਾ ਗਿਣੋ। ਲਿਖ ਉੱਤਰ ਭੇਜਿਓ ਤਤਕਾਲਾ ਸਤਿਗੁਰੂ ਜੀ ਨੇ ਇਉਂ ਉੱਤਰ ਦੇ ਵਿੱਚ ਲਿਖ ਕੇ ਚਿੱਠੀ ਪੱਤਰ ਭੇਜ ਦਿੱਤਾ ਜਲਦੀ। ਕਹਿ ਕਹਿ ਪਸਰਿਓ ਸੁਜਾਸਦ ਸਾਲਾ ਜਦੋਂ ਉੱਥੇ ਜਾ ਕੇ ਚਿੱਠੀ ਪੜ੍ਹੀ ਗਈ ਸਤਿਗੁਰੂ ਜੀ ਦੇ ਬਚਨ ਸੁਣ ਕੇ ਜਿੱਥੇ ਕਿਤੇ ਇਹ ਬਾਦਸ਼ਾਹ ਦੀਆਂ ਫੌਜਾਂ ਵਿੱਚ ਵੀ ਸਤਿਗੁਰੂ ਜੀ ਦਾ ਜਸ ਫੈਲ ਗਿਆ ਵੀ ਸਤਿਗੁਰੂ ਸੱਚੇ ਪਾਤਸ਼ਾਹ ਕਿੰਨੇ ਨਿਰਵੈਰ ਹੈ ਕਿਸੇ ਨਾਲ ਵੈਰ ਨਹੀਂ ਰੱਖਦੇ। ਨਹੀਂ ਤਾਂ ਕਹਿ ਸਕਦੇ ਸੀ ਪਠਾਣਾ ਨੇ ਸਾਡੇ ਤੇ ਹਮਲਾ ਕੀਤਾ ਇਹਨਾਂ ਵਿੱਚੋਂ ਹੀ ਸੀ ਪਠਾਣੇ ਇਹਨਾਂ ਨੂੰ ਸਜ਼ਾਵਾਂ ਦਿਓ ਪਰ ਸਤਿਗੁਰੂ ਨੇ ਸਾਡਾ ਬਚਾਅ ਕਰ ਦਿੱਤਾ। ਸਤਿਗੁਰੂ ਦਾ ਜਸ ਫੈਲਿਆ ਸਾਰੇ ਪਾਸੇ ਸਤਿਗੁਰ ਖੋਟਣ ਪਰ ਉਪਕਾਰੀ ਕਿਉਂਕਿ ਸਤਿਗੁਰੂ ਤਾਂ ਭਾਈ ਨਿਰਵੈਰ ਹਨ। ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਖੋਟਿਆਂ ਦੇ ਉੱਤੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਪਰਉਪਕਾਰ ਕਰਦੇ ਹਨ। ਮਹਾ ਕਿਰਪਾਲ ਧੀਰ ਧਰ ਭਾਰੀ ਸਤਿਗੁਰੂ ਜੀ ਮਹਾ ਕਿਰਪਾਲ ਮਹਾ ਕਿਰਪਾ ਦੇ ਘਰ ਹਨ ਮਹਾਨ ਹੀ ਧੀਰਜ ਧਾਰੀ ਹਨ ਸਤਿਗੁਰੂ ਜੀ। ਖੁਦੇ ਜਰਾਹ ਸਮਤ ਪਾਤਸ਼ਾਹੀ ਔਰ ਜਿਹੜੇ ਬਾਦਸ਼ਾਹ ਨੇ ਇਹ ਜਰਾਹ ਭੇਜੇ ਸਨ ਸਰਜਨ ਭੇਜੇ ਸਨ ਡਾਕਟਰ ਸਾਧ ਸੰਗਤ ਜੀ ਇਹ ਬੜੇ ਸਿਆਣੇ ਬੜੇ ਸੁਜਾਨ ਹਨ। ਕਰ ਵਿਚਾਰ ਤੇਰੇ ਪ੍ਰਭ ਪਾਹੀ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇਲਾਜ ਕਰਦੇ ਆ ਤੇ ਇੱਥੇ ਟਿਕੇ ਹੋਏ ਹਨ। ਐਸੋ ਮਲਮ ਕਰਿਓ ਲਗਾਇਓ ਇਹਨਾਂ ਨੇ ਸਾਧ ਸੰਗਤ ਜੀ ਇਹੋ ਜੀ ਮਲਮ ਇਹੋ ਜੀ ਦਵਾਈ ਬਣਾ ਕੇ ਸਤਿਗੁਰੂ ਦੇ ਜ਼ਖਮ ਤੇ ਲਾਈ ਤੋਰਨ ਜ਼ਖਮ ਮੇਲ ਵੇ ਆਇਓ ਕਿ ਸਤਿਗੁਰੂ ਜੀ ਦਾ ਜਿਹੜਾ ਪੇਟ ਦਾ ਵੱਖੀ ਦਾ ਜ਼ਖਮ ਸੀ ਉਹ ਬਹੁਤ ਜਲਦੀ ਠੀਕ ਹੋ ਗਿਆ ਬਹੁਤ ਜਲਦੀ ਮਿਲ ਗਿਆ ਭਰ ਗਿਆ ਹੈ ਜ਼ਖਮ ਛੇਤੀ। 15ਵੇਂ ਦਿਵਸਨ ਮੈਂ ਕਰਨਿਕਾ ਔਰ 15 ਦਿਨ ਹੋ ਗਏ ਸਾਧ ਸੰਗਤ 15 ਦਿਨਾਂ ਦੇ ਵਿੱਚ ਜ਼ਖਮ ਬਿਲਕੁਲ ਠੀਕ ਹੋ ਗਿਆ ਅੰਗੂਰ ਆ ਗਿਆ। ਭਜਨ ਕਰਵਾਇਓ ਗੁਰੂ ਜੀ ਕਾ ਔਰ ਜ਼ਖਮ ਇੰਨਾ ਠੀਕ ਹੋ ਗਿਆ ਕਿ ਇਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਮਹਾਰਾਜ ਆਪ ਜੀ ਇਸ਼ਨਾਨ ਪਾਣੀ ਕਰ ਸਕਦੇ ਹੋ ਕਿਉਂਕਿ ਜ਼ਖਮ ਜਦੋਂ ਸਾਧ ਸੰਗਤ ਅੱਲਾ ਹੋਵੇ ਉਦੋਂ ਆਪਾਂ ਪਾਣੀ ਨਹੀਂ ਲਾਉਂਦੇ ਨਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 15ਵੇਂ ਦਿਨ ਬੜਾ ਚੰਗੀ ਤਰ੍ਹਾਂ ਸਾਧ ਸੰਗਤ ਇਸ਼ਨਾਨ ਪਾਣੀ ਕੀਤਾ ਔਰ ਬਿਲਕੁਲ ਨਵੀਂ ਪੁਸ਼ਾਕ ਨਵਾਂ ਪਹਿਰਾਵਾ ਨਵਾਂ ਚੋਗਾ ਚੋਲਾ ਪਹਿਨ ਕੇ ਬੈਠ ਗਏ। ਜਿਵੇਂ ਸਤਿਗੁਰੂ ਸਾਹਿਬ ਜੀ ਪਹਿਲਾਂ ਆਪਣੇ ਦੀਵਾਨ ਵਿੱਚ ਦਰਬਾਰ ਵਿੱਚ ਸੰਗਤਾਂ ਨੂੰ ਦਰਸ਼ਨ ਦਿੰਦੇ ਸਨ ਉਸੇ ਪ੍ਰਕਾਰ ਹੀ
ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੱਜ 16ਵੇਂ ਦਿਨ ਸੰਗਤ ਨੂੰ ਦਰਸ਼ਨ ਦਿੱਤੇ ਹਨ। ਅਗਲ ਖਾਲਸਾ ਕਰ ਚਰ ਕਰ ਆਇਓ। ਸਾਰਾ ਖਾਲਸਾ ਸੁਣ ਕੇ ਕਿ ਗੁਰੂ ਮਹਾਰਾਜ ਦਰਸ਼ਨ ਦੇ ਰਹੇ ਹਨ, ਆ ਕੇ ਦੀਵਾਨ ਵਿੱਚ ਸਜੇ ਹਨ, ਬੜੇ ਖੁਸ਼ੀ ਨਾਲ ਚੱਲ ਕੇ ਆਇਆ। ਸੀਸ ਨਵਾਏ ਆਨੰਦ ਕੋ ਪਾਇਓ। ਸਾਰਿਆਂ ਨੇ ਆ ਕੇ ਸਤਿਗੁਰੂ ਜੀ ਨੂੰ ਸੀਸ ਨਵਾਇਆ, ਸਤਿਗੁਰੂ ਜੀ ਨੂੰ ਨਮਸਕਾਰਾਂ ਕੀਤੀਆਂ, ਆਨੰਦ ਪ੍ਰਸੰਨ ਹੋਏ, ਖੁਸ਼ੀਆਂ ਪ੍ਰਾਪਤ ਕੀਤੀਆਂ। ਅਕਲ ਲੋਕ ਸੁਨ ਸੁਨ ਸਦਨੀ ਕੇ। ਹੋਰ ਵੀ ਜਿਹੜੇ ਲੋਕਾਂ ਨੇ ਸੁਣੀ ਖਬਰ ਸਾਰੇ ਸੁਣ ਕੇ ਆਏ। ਪਹੁੰਚੇ ਨਿਕਟ ਪੁੰਜ ਪ੍ਰਭ ਜੀ ਕੇ। ਆ ਕੇ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ। ਪੰਚਾਮ੍ਰਿਤ ਅਦਕੈ ਕਰਵਾਇਓ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਿੰਘਾਂ ਨੇ ਗੁਰੂ ਕੀਆਂ ਸੰਗਤਾਂ ਵਾਸਤੇ ਖੁਸ਼ੀ ਦੇ ਵਿੱਚ ਪੰਚਾਮ੍ਰਿਤ ਕੜਾਹ ਪ੍ਰਸ਼ਾਦੀਆਂ ਦੇਗਾਂ ਖੁੱਲੀਆਂ ਬਣਵਾਈਆਂ। ਉਦ ਸਭ ਦੀਰਘ ਸਭ ਮੈਂ ਛਾਇਓ। ਸਾਰਿਆਂ ਦੇ ਵਿੱਚ ਸਾਧ ਸੰਗਤ ਜੀ ਬਹੁਤ ਭਾਰੀ ਉਤਸ਼ਾਹ ਪੈਦਾ ਹੋਇਆ। ਗਰਭ ਬ੍ਰਿੰਦ ਸਿਰ ਪਾਉ ਮਿਸਾਲੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰਾ ਧਨ ਅਤੇ ਬਹੁਤ ਸਾਰੇ ਸਿਰੋਂ ਪਾਓ। ਹੁਕਮ ਕਰਿਓ ਲਿਆਈ ਤਤਕਾਲੀ। ਹੁਕਮ ਕੀਤਾ ਗੁਰੂ ਕੇ ਸਿੱਖ ਲੈ ਕੇ ਆਏ। ਬਖਸ਼ੇ ਤਬੈ ਜਰਾਹਨ ਤਾਈ। ਫਿਰ ਸਤਿਗੁਰੂ ਨੇ ਸਿਰੋਂ ਪਾਇਓ ਤੇ ਬਹੁਤ ਸਾਰਾ ਧਨ ਇਹਨਾਂ ਜਰਾਹਾਂ ਨੂੰ, ਜਿਨ੍ਹਾਂ ਨੇ ਸਤਿਗੁਰੂ ਦੇ ਜ਼ਖਮ ਦਾ ਇਲਾਜ ਕੀਤਾ ਸੀ, ਬਖਸ਼ਿਸ਼ ਕਰ ਦਿੱਤੇ। ਕਰ ਬਹੁਤ ਰੇ ਅਰਖਾਈ। ਇਹ ਸਤਿਗੁਰੂ ਜੀ ਤੋਂ ਲੈ ਕੇ ਬੜੇ ਪ੍ਰਸੰਨ ਹੋਏ, ਬਹੁਤ ਖੁਸ਼ ਹੋਏ। ਸੁਜਾਸੋ ਚਾਰਨ ਕਰਤਬ ਸਾਲੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਹੁਤਾ ਜਸ ਇਹਨਾਂ ਨੇ ਵੀ ਵਡਿਆਈ ਉਚਾਰਨ ਕੀਤੀ। ਸ਼੍ਰੀ ਕਹਿਨ ਹਜ਼ਰਤ ਟਿਕ ਚਾਲੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਾਜੀ ਖੁਸ਼ੀ ਕੁਸ਼ਲ ਆਨੰਦ ਕੇ ਹੁਣ ਬਿਲਕੁਲ ਠੀਕ ਠਾਕ ਹਨ, ਇਹ ਦੱਸਣ ਵਾਸਤੇ ਬਹਾਦਰ ਸ਼ਾਹ ਬਾਦਸ਼ਾਹ ਵੱਲ ਚੱਲ ਪਏ। ਮਿਲੇ ਜਾਏ ਸੁਧ ਅਕਲ ਸੁਨਾਈ। ਜਾ ਕੇ ਮਿਲੇ ਬਹਾਦਰ ਸ਼ਾਹ ਨੂੰ, ਸਾਰੀ ਖਬਰ ਸਾਰੇ ਇਹਨਾਂ ਨੇ ਸੁਣਾ ਦਿੱਤੀ ਕਿ ਸਤਿਗੁਰੂ ਜੀ ਬਿਲਕੁਲ ਠੀਕ ਠਾਕ ਹਨ। ਧਨ ਗਨ ਦੀਨ ਸਹਮ ਰਖਾਈ। ਤੇ ਨਾਲੇ ਦੱਸਿਆ ਕਿ ਸਤਿਗੁਰੂ ਨੇ ਸਾਨੂੰ ਬਹੁਤ ਸਾਰਾ ਧਨ ਪਦਾਰਥ, ਬੜੇ ਸਿਰੋਂ ਪਾਓ, ਬੜੀਆਂ ਖੁਸ਼ੀਆਂ ਦਿੱਤੀਆਂ ਹਨ, ਅਸੀਂ ਖੁਸ਼ ਹੋਏ ਹਾਂ। ਪੁਨ ਗਮਨੇ ਦਿੱਲੀ ਸੋ ਜਰਾਉ। ਫਿਰ ਸਾਧ ਸੰਗਤ ਜੀ ਇਹ ਜਰਾ ਬਾਦਸ਼ਾਹ ਬਹਾਦਰ ਸ਼ਾਹ ਤੋਂ ਆਗਿਆ ਲੈ ਕੇ ਦਿੱਲੀ ਵੱਲ ਨੂੰ ਚਲੇ ਗਏ। ਕਯੋ ਸੁਜਾਸ ਸਗਰ ਪੁਰਮਾਉ। ਜਾ ਕੇ ਇਹਨਾਂ ਨੇ ਦਿੱਲੀ ਨਗਰ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਸ ਕੀਤਾ। ਨਿਮ ਸਤਿਗੁਰ ਵੈ ਕੇ ਸਾਵਧਾਨਾ। ਇਉਂ ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਲਕੁਲ ਸਾਵਧਾਨ ਹੋ ਗਏ। ਦਿਨ ਖੋੜ ਸਮ ਚੜਿਓ ਜਹਾਨਾ। ਆਏ 15ਵਾਂ ਦਿਨ ਬੀਤਿਆ, 16ਵਾਂ ਦਿਨ ਜਦੋਂ ਚੜਿਆ ਜਹਾਨ ਵਿੱਚ। ਉਹਦੀ ਪ੍ਰਭਾਤ ਸਭਾ ਮੈਂ ਬੈਸੇ। ਪ੍ਰਭਾਤ ਦਾ ਸਮਾਂ, ਸਵੇਰ ਦਾ ਸਮਾਂ ਹੋਇਆ, ਪਹਿਲੇ ਪਹਿਰ ਦੇ ਦੀਵਾਨ ਵਿੱਚ ਸਤਿਗੁਰੂ ਆ ਕੇ ਸਜੇ। ਸ਼ੋਭਤ ਹੈ ਕੁਬੇਰ ਪਰ ਜੈਸੇ। ਜਿਵੇਂ ਸਾਧ ਸੰਤ ਕੁਬੇਰ ਆਪਣੇ ਜੱਛਾਂ ਦੇਵਤਿਆਂ ਦੇ ਵਿੱਚ ਸ਼ੋਭਾ ਪਾਉਂਦਾ ਹੈ, ਉਹ ਸਤਿਗੁਰੂ ਜੀ ਖਾਲਸਾ ਵਿੱਚ ਬੈਠੇ ਸ਼ੋਭ ਰਹੇ ਹਨ। ਨਵ ਟੰਕਨ ਕੇ ਧਨੁਕ ਵਿਸਾਲੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਜਿਹੜਾ ਸਾਧ ਸੰਗਤ ਜੀ 9 ਟੰਕੇ ਧਨੁਖ ਹੁੰਦੇ ਸਨ, ਕਿਉਂਕਿ ਇੱਕ ਦਿਨ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਸੀ 9 ਟੰਕ 2.25 ਕੁਇੰਟਲ ਦਾ ਵਜਨ ਬਣਦਾ। ਧਨੁਖ ਦੀ ਤੰਦੀ ਨੂੰ ਜੇ 25 ਕਿਲੋ ਭਾਰ ਲਟਕਾ ਦਈਏ ਤਾਂ ਸਾਧ ਸੰਗਤ ਜੀ ਉਹ 1 ਟੰਕ ਬਣਦਾ ਹੈ। ਇਸ ਤਰ੍ਹਾਂ 25 ਕਿਲੋ ਦੇ 9 ਭਾਰ ਜਦੋਂ ਲਟਕਾ ਦਿੱਤੇ ਜਾਣ 2.25 ਕੁਇੰਟਲ ਬਣ ਜਾਂਦਾ। ਸੋ ਸਾਧ ਸੰਗਤ ਜੀ ਇਉਂ ਜਿਹੜਾ 2.25 ਕੁਇੰਟਲ ਭਾਰ ਜਾਂ 9 ਟੰਕ ਭਾਰ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਧਨੁੱਖਾਂ ਦਾ ਇਹ ਵਜਨ ਕਹਿ ਲੋ ਜਾਂ ਉਹਨਾਂ ਦੇ ਖਿੱਚਣ ਦਾ ਜਿਹੜਾ ਵੇਗ ਉਹ ਹੁੰਦਾ ਸੀ। ਬੜੇ ਵਿਸ਼ਾਲ ਧਨੁੱਖ ਸਤਿਗੁਰੂ ਦੇ ਚਰਨਾਂ ਵਿੱਚ ਹੁੰਦੇ ਸਨ। ਆਨੇ ਕਾਰੀਗਰ ਤਿਸ ਕਾਲੇ। ਇਸੇ ਤਰ੍ਹਾਂ ਦੇ 9 ਟੰਕੇ ਧਨੁੱਖ ਜਿਹੜੇ 2 ਕਾਰੀਗਰ ਮਿਸਤਰੀ ਸਤਿਗੁਰੂ ਸੱਚੇ ਪਾਤਸ਼ਾਹ ਵਾਸਤੇ ਬਣਾ ਕੇ ਲੈ ਕੇ ਆਏ। ਸਤਿਗੁਰੂ ਸੱਚੇ ਪਾਤਸ਼ਾਹ ਕਿਉਂਕਿ ਸ਼ਾਸਤਰਾਂ ਦੇ ਬੜੇ ਸ਼ੌਕੀਨ ਯੋਧੇ ਸੂਰਮੇ ਹਨ ਤੇ ਸੂਰਮਿਆਂ ਦਾ ਹਮੇਸ਼ਾ ਸ਼ਾਸਤਰਾਂ ਨਾਲ ਪ੍ਰੇਮ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਐਸੇ ਸੁੰਦਰ ਸ਼ਾਸਤਰ ਦੇਖ ਕੇ, ਸੁੰਦਰ ਧਨੁੱਖ ਦੇਖ ਕੇ ਬੜੇ ਪ੍ਰਸੰਨ ਹੋਏ, ਖੁਸ਼ ਹੋਏ। ਜਿਹੜੇ ਮਿਸਤਰੀ ਬਣਾ ਕੇ ਲੈ ਕੇ ਆਏ ਸੀ ਉਹਨਾਂ ਨੂੰ ਆਪਣੇ ਤੋਸ਼ੇ ਖਾਨੇ ਵਿੱਚੋਂ ਬਹੁਤ ਭਾਰੀ ਇਨਾਮ ਦਿਵਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਸ਼ਾਸਤਰ ਹਮੇਸ਼ਾ ਆਪਣੇ ਨੇੜੇ ਰਖਾਉਂਦੇ ਸਨ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿਤੇ ਅਸ਼ਤਰ ਭੇਯੰ ਨਮਸਕਾਰ ਤੇਯੰ। ਸਤਿਗੁਰੂ ਜੀ ਦੇ ਬਚਨ ਹਨ ਭਾਈ,
ਜਿੰਨੇ ਸ਼ਾਸਤਰ ਔਰ ਜਿੰਨੇ ਅਸ਼ਤਰ ਹਨ ਮੇਰੀ ਸਾਰਿਆਂ ਨੂੰ ਨਮਸਕਾਰ ਹੈ। ਸ਼ਾਸਤਰ ਗੁਰੂ ਘਰ ਦੇ ਵਿੱਚ ਪੀਰ ਕਰਕੇ ਪੂਜੇ ਜਾਂਦੇ ਆ। ਪੀਰ ਜਿੱਥੇ ਗੁਰਬਾਣੀ ਗੁਰੂ ਹੈ ਉੱਥੇ ਸ਼ਾਸਤਰ ਸਾਡੇ ਪੀਰ ਹਨ। ਸ਼ਾਸਤਰ ਅਤੇ ਅਸ਼ਤਰ ਦਾ ਫਰਕ ਇਹ ਹੈ, ਸ਼ਾਸਤਰ ਸਾਧ ਸੰਗਤ ਜੀ ਹੱਥ ਵਿੱਚ ਫੜ ਕੇ ਚਲਾਇਆ ਜਾਂਦਾ ਹੈ ਤੇ ਅਸ਼ਤਰ ਦੂਰੋਂ ਵਗਾ ਕੇ ਮਾਰਿਆ ਜਾਂਦਾ। ਜਿਵੇਂ ਤੀਰ ਹੈ ਇਹ ਅਸਤਰ ਹੈ, ਇਹ ਦੂਰ ਜਾ ਕੇ ਲੱਗਦਾ। ਗੋਲੀ ਹੈ ਬੰਦੂਕ ਦੀ, ਇਹ ਵੀ ਅਸਤਰਾਂ ਵਿੱਚ ਗਿਣੀ ਜਾਂਦੀ ਹੈ। ਪਰ ਸ਼ਾਸਤਰ ਜਿਵੇਂ ਕਿਰਪਾਨ ਹੈ, ਕਟਾਰ ਹੈ, ਜਮਦਰਾਂ ਹਨ। ਸੋ ਸਾਧ ਸੰਗਤ ਜੀ ਇਹ ਸ਼ਾਸਤਰ ਹੈ। ਇਹ ਜਿਹੜੇ ਆਪ ਹੱਥ ਵਿੱਚ ਫੜ ਕੇ ਵਾਹੇ ਜਾਂਦੇ ਆ, ਚਲਾਏ ਜਾਂਦੇ ਆ ਸਿੱਧੇ, ਇਹਨਾਂ ਨੂੰ ਸ਼ਾਸਤਰ ਕਿਹਾ ਜਾਂਦਾ ਹੈ। ਜਿਹੜੇ ਦੂਰ ਜਾ ਕੇ ਲੱਗਦੇ ਉਹ ਅਸ਼ਤਰ ਹੈ। ਸੋ ਸਾਰੇ ਸ਼ਾਸਤਰ ਅਸਤਰ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਕੋਲ ਟਿਕਾਉਂਦੇ। ਉਹੀ ਮਰਿਆਦਾ ਅੱਜ ਵੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਾਂ ਸਾਹਮਣੇ ਸਾਧ ਸੰਗਤ ਜੀ ਅਸ਼ਤਰ ਸ਼ਾਸਤਰ ਰੱਖਦੇ ਹਾਂ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਔਰ ਅੱਜ ਗੁਰੂ ਕੇ ਸਿੰਘ ਵੀ ਇਹਨਾਂ ਸ਼ਾਸਤਰਾਂ ਨੂੰ ਫੁੱਲ ਅਰਪਣ ਕਰਦੇ। ਇਹਨਾਂ ਨੂੰ ਸਾਧ ਸੰਗਤ ਧੂਪ ਬੱਤੀ ਕਰਦੇ, ਕੇਸਰ ਛਿੜਕਿਆ ਜਾਂਦਾ। ਸਾਧ ਸੰਗਤ ਜਿੱਥੇ ਬਾਕੀ ਅਸ਼ਤਰ ਸ਼ਾਸਤਰ ਪਏ ਸੀ, ਦੋਨਾਂ ਧਨੁਖਵਾਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਉੱਥੇ ਹੀ ਰਖਵਾ ਲਿਆ। ਔਰ ਜਿਹੜੇ ਬੜੇ ਵਿਸ਼ਾਲ ਇਹ ਸਾਧ ਸੰਗਤ ਜੀ ਧਨੁਖਵਾਨ ਹਨ, ਇਹਨਾਂ ਨੂੰ ਚੰਗੀ ਤਰ੍ਹਾਂ ਦੇਖਣਾ ਕੀਤਾ। ਕੱਤਕ ਦਾ ਮਹੀਨਾ ਹੈ ਤੇ ਕੱਤਕ ਦੇ ਮਹੀਨੇ ਦੀ ਅਮਾਵਸ ਮੱਸਿਆ ਦੀ ਰਾਤ ਹੈ, ਭਾਵ ਦੀਵਾਲੀ ਦੀ ਰਾਤ ਹੈ। ਔਰ ਦੀਪਮਾਲ ਦੀਵਿਆਂ ਦੀਆਂ ਕਤਾਰਾਂ ਘਰ ਘਰ ਦੇ ਵਿੱਚ ਸਾਧ ਸੰਗਤ ਜਗ ਰਹੀਆਂ ਹਨ। ਕਿਸੇ ਨੇ ਸਾਧ ਸੰਗਤ ਜੀ ਤੇਲ ਦੇ ਨਾਲ, ਕਿਸੇ ਨੇ ਸਾਧ ਸੰਗਤ ਜੀ ਘਿਓ ਦੇ, ਦੇਸੀ ਘਿਓ ਦੇ ਦੀਵੇ ਬਾਲੇ ਹੋਏ ਹਨ। ਔਰ ਅਨੇਕਾਂ ਪ੍ਰਕਾਰ ਕਰਕੇ ਦੀਵਿਆਂ ਦੀਆਂ ਪੰਗਤੀਆਂ ਲਾਈਆਂ ਹੋਈਆਂ ਹਨ। ਦੀਪਾਵਲੀ ਦਾ ਦਿਨ ਕਰਕੇ, ਦੀਵਾਲੀ ਦਾ ਦਿਨ ਹੋਣ ਕਰਕੇ। ਔਰ ਗੁਰੂ ਸਾਹਿਬ ਜੀ ਦਾ ਜਿਹੜਾ ਘਰ ਹੈ, ਗੁਰੂ ਸਾਹਿਬ ਜੀ ਦਾ ਤੰਬੂ ਹੈ ਜਿੱਥੇ, ਉਹਦੇ ਵੀ ਚਾਰ ਚੁਫੇਰੇ ਸਾਧ ਸੰਗਤ ਘਿਓ ਦੇ ਦੀਵੇ ਬਲਦੇ ਹਨ। ਚਾਰੇ ਪਾਸੇ ਜੋਤ ਜਗ ਰਹੀ ਹੈ, ਚਾਨਣਾ ਹੋ ਰਿਹਾ ਹੈ। ਔਰ ਇੰਨਾ ਪ੍ਰਕਾਸ਼ ਹੋ ਰਿਹਾ, ਲੱਗ ਹੀ ਨਹੀਂ ਰਿਹਾ ਵੀ ਰਾਤ ਹੈ, ਇਉਂ ਲੱਗਦਾ ਜਿਵੇਂ ਦਿਨ ਚੜ੍ਹਿਆ ਹੁੰਦਾ। ਅੱਜ ਸਾਧ ਸੰਗਤ ਜੀ ਮੈਂ ਇਹ ਵੀ ਬੇਨਤੀ ਕਰਾਂ, ਜਦੋਂ ਵੀ ਕੋਈ ਤਿਉਹਾਰ ਆਉਂਦਾ ਨਾ ਸਰਬ ਸਾਂਝੀਵਾਲਤਾ ਦੇ ਨਾਲ ਮਨਾਇਆ ਜਾਣ ਵਾਲਾ, ਉਦੋਂ ਸਾਡੇ ਵਿੱਚੋਂ ਹੀ ਬਹੁਤੇ ਕੱਟੜ ਤੇ ਆਪਣੇ ਆਪ ਨੂੰ ਸਿਆਣੇ ਕਹਾਉਣ ਵਾਲੇ ਉਹ ਤਰਕਾਂ ਕੁਤਰਕਾਂ ਕਰਨ ਲੱਗ ਜਾਂਦੇ ਆ। ਫੇਸਬੁੱਕ, ਇੰਸਟਾਗ੍ਰਾਮ, ਸੋਸ਼ਲ ਮੀਡੀਆ ਇਹ ਮੈਸੇਜਾਂ ਨਾਲ ਭਰੇ ਹੁੰਦੇ ਆ ਜੀ ਇਹ ਸਾਡਾ ਤਿਉਹਾਰ ਨਹੀਂ, ਇਹ ਤਾਂ ਬਾਹਮਣਾਂ ਦਾ ਜੀ, ਇਹ ਹਿੰਦੂਆਂ ਦਾ। ਪਰ ਦੇਖੋ ਆ ਇਤਿਹਾਸ ਵਿੱਚ ਜ਼ਿਕਰ ਆ ਰਿਹਾ ਕਿ ਗੁਰੂ ਘਰ ਦੇ ਵਿੱਚ ਵੀ ਦੀਪਮਾਲਾ ਪਹਿਲਾਂ ਤੋਂ ਹੁੰਦੀ ਆਈ ਹੈ। ਔਰ ਛੇਵੇਂ ਪਾਤਸ਼ਾਹ ਜਦੋਂ ਸਾਧ ਸੰਗਤ ਦਰਬਾਰ ਸਾਹਿਬ ਪਹੁੰਚੇ, ਅੰਮ੍ਰਿਤਸਰ ਸਾਹਿਬ 52 ਕੈਦੀਆਂ ਨੂੰ, ਰਾਜਿਆਂ ਨੂੰ ਰਿਹਾ ਕਰਵਾ ਕੇ ਬੰਦੀ ਛੋੜ ਦਾਤੇ ਬਣ ਕੇ, ਉਸ ਵੇਲੇ ਤੋਂ ਦੀਪਮਾਲਾ ਗੁਰੂ ਘਰ ਦੇ ਵਿੱਚ ਵਿਸ਼ੇਸ਼ ਤੌਰ ਤੇ ਹੁੰਦੀ ਆ। ਔਰ ਸਤਿਗੁਰੂ 10ਵੇਂ ਪਾਤਸ਼ਾਹ ਜੀ ਵੇਲੇ ਵੀ ਦੇਖੋ ਆ ਹਜੂਰ ਸਾਹਿਬ ਦੀ ਧਰਤੀ ਦੇ ਉੱਤੇ ਦੀਪਮਾਲਾ ਗੁਰੂ ਕੇ ਸਿੱਖਾਂ ਨੇ ਕੀਤੀ ਹੈ। ਦੀਵੇ ਜਗ ਰਹੇ ਹੈ, ਰਾਤਰੀ ਦੇ ਸਮੇਂ ਵੀ ਦਿਨ ਵਰਗਾ ਮਾਹੌਲ ਹੈ। ਔਰ ਪੰਚਾ ਅੰਮ੍ਰਿਤ ਕੜਾਹ ਪ੍ਰਸ਼ਾਦ ਜਿਹੜਾ ਕਰਵਾ ਕੇ ਵਰਤਾਇਆ ਜਾ ਰਿਹਾ ਹੈ। ਔਰ ਬਹੁਤ ਹੀ ਆਨੰਦ ਵਾਲਾ, ਖੁਸ਼ੀਆਂ ਵਾਲਾ ਉਤਸ਼ਾਹ ਸਾਰੇ ਰਚਿਆ ਗਿਆ। ਉਹ ਦਿਨ ਜਿਹੜਾ ਬੜੇ ਭਲੇ ਪ੍ਰਕਾਰ ਕਰਕੇ ਸਾਧ ਸੰਗਤ ਜੀ ਬਤੀਤ ਹੋਇਆ ਹੈ। ਸੋ ਏਕਮ ਲੰਘ ਕੇ ਸਾਧ ਸੰਗ ਏਕਮ ਦੀ ਥਿਤ ਲੰਘੀ ਹੈ। ਅੱਗੇ ਜਿਹੜਾ ਜਮਦੁਤੀਆ ਦਿਨ ਆਇਆ, ਕੱਤਕ ਸੁਦੀ ਦੂਜ ਦਾ ਦਿਨ ਆਇਆ ਹੈ। ਇਹਨੂੰ ਜਮਦੁਤੀਆ ਦਿਨ ਵੀ ਕਿਹਾ ਜਾਂਦਾ ਕਿਉਂਕਿ ਇਸ ਦਿਨ ਜਮਦੂਤ ਨੇ ਆਪਣੀ ਭੈਣ ਜਮਰਾਜੇ ਨੇ, ਸਾਧ ਸੰਗਤ ਜੀ ਧਰਮ ਰਾਜੇ ਨੇ ਆਪਣੀ ਭੈਣ ਜਮਨਾ ਦੇ ਘਰੇ ਆ ਕੇ ਪ੍ਰਸ਼ਾਦਾ ਛਕਿਆ ਸੀ। ਤੇ ਪੁਰਾਤਨ ਸਮਿਆਂ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਭੈਣ ਦੇ ਘਰੋਂ ਸਾਧ ਸੰਗਤ ਜੀ ਕੋਈ ਭੋਜਨ ਪ੍ਰਸ਼ਾਦਾ ਪੁਰਾਣੇ ਲੋਕ ਨਹੀਂ ਛਕਦੇ ਸੀ, ਪਾਣੀ ਵੀ ਨਹੀਂ ਸੀ ਪੀਂਦੇ ਭੈਣ ਦੇ ਘਰ ਦਾ। ਇਹਨੇ ਆ ਕੇ ਛਕਿਆ ਸੀ ਤੇ ਸਾਧ ਸੰਗਤ ਜੀ ਫਿਰ ਇਹਨੇ ਜਿਹੜੀ ਸੀ ਉਹ ਭੇਟਾ ਦਿੱਤੀ ਭੈਣ ਦੇ ਘਰੋਂ ਪ੍ਰਸ਼ਾਦਾ ਛਕਣ ਤੋਂ ਬਾਅਦ, ਕਿਉਂਕਿ ਇਹ ਫਿਰ ਰੀਤੀ ਬਣਾ ਲਈ ਗਈ ਕਿ ਚਲੋ ਭੈਣ ਦੇ ਘਰੋਂ ਜਾ ਕੇ, ਕਿਉਂਕਿ ਦੂਰ ਦਰਾਡਿਆਂ ਤੋਂ ਲੋਕ ਆਉਂਦੇ ਸੀ, ਪ੍ਰਸ਼ਾਦਾ ਪਾਣੀ ਛਕਣਾ ਪੈ ਜਾਵੇ ਤਾਂ ਭਰਾ ਆਪਣੀ ਭੈਣ ਨੂੰ ਕੁਝ ਨਾ ਕੁਝ ਭੇਟਾ ਜ਼ਰੂਰ ਦੇਵੇ। ਅੱਜ ਵੀ ਜਦੋਂ
ਸਾਡੇ ਸੱਭਿਆਚਾਰ ਦੇ ਵਿੱਚ ਇਹ ਰਿਵਾਜ ਹੈ, ਭੈਣ ਦੇ ਘਰੇ ਭਰਾ ਜਾਂਦਾ ਤੇ ਮੁੜਨ ਲੱਗਿਆ ਭੈਣ ਨੂੰ ਕੁਝ ਨਾ ਕੁਝ ਰੁਪਈਏ, ਕੁਝ ਭੇਟਾ, ਕੁਝ ਨਾ ਕੁਝ ਜ਼ਰੂਰ ਦੇ ਕੇ ਆਉਂਦਾ। ਇਹ ਮਰਿਆਦਾਵਾਂ ਪੁਰਾਤਨ ਸਮਿਆਂ ਤੋਂ ਚੱਲੀਆਂ ਹੋਈਆਂ। ਸੋ ਸਾਧ ਸੰਗਤ ਜੀ, ਇਹ ਜਿਹੜਾ ਭਈਆ ਦੂਜ ਦਾ ਦਿਨ ਜਾਂ ਸਾਧ ਸੰਗਤ ਕੱਤਕ ਸੁਦੀ ਦੂਜ ਦਾ ਦਿਨ ਜਿਸ ਵੇਲੇ ਆਇਆ, ਸੁੰਦਰ ਤੰਬੂ ਏਕ ਲਗਵਾਇਓ। ਸਤਿਗੁਰ ਸੱਚੇ ਪਾਤਸ਼ਾਹ ਨੇ ਭਈਆ ਦੂਜ ਵਾਲੇ ਦਿਨ ਇੱਕ ਸੁੰਦਰ ਤੰਬੂ ਲਗਵਾ ਲਿਆ। ਬੀਜ ਦੋ ਚੋਬੇ ਸਚੇਤ ਸੁਹਾਇਓ। ਫਿਰ ਸਾਧ ਸੰਗਤ ਜੀ, ਇਹ ਜਿਹੜਾ ਬੀਚ ਦੋ ਚੋਬੇ ਸਥਿਤ ਇਹਦੇ ਵਿੱਚ ਦੋ ਚੋਬੇ ਸਾਧ ਸੰਗਤ ਖੜੇ ਕੀਤੇ ਚੌਂਦੇ ਸਮੇਂ ਕਨਾਤ ਤਨਵਾਈ। ਔਰ ਚਾਰੇ ਦਿਸ਼ਾਵਾਂ ਵਿੱਚ ਸਤਿਗੁਰੂ ਜੀ ਨੇ ਕਨਾਤ ਤਣਵਾ ਲਈ ਰੰਗਾ ਰੰਗ ਫਰਸ਼ ਸਿੱਧ ਛਾਈ। ਔਰ ਇਸ ਦੇ ਵਿੱਚ ਰੰਗ ਬਰੰਗੇ ਸਾਧ ਸੰਗਤ ਫਰਸ਼ ਦਰੀਆਂ ਵਿਛਾ ਦਿੱਤੀਆਂ ਗਈਆਂ। ਬੀਜ ਪਰੇਸ਼ ਭਏ ਤਿਸ ਜਾਈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਆਪ ਇਸ ਦੇ ਅੰਦਰ ਪ੍ਰਵੇਸ਼ ਹੋ ਗਏ ਤੰਬੂ ਵਿੱਚ। ਰਸ਼ਕ ਦੂਰ ਦੂਰ ਬੈਠਾਏ। ਔਰ ਦੂਰ ਦੂਰ ਤੱਕ ਸਤਿਗੁਰੂ ਜੀ ਨੇ ਪਹਿਰੇਦਾਰ ਬਿਠਾ ਦਿੱਤੇ। ਜਾਮ ਏਕ ਲਗ ਥਰੀਓ ਖਰੇ। ਔਰ ਸਤਿਗੁਰੂ ਕਹਿਣ ਲੱਗੇ, ਭਾਈ ਇੱਕ ਪਹਿਰ ਤੱਕ ਤੁਸੀਂ ਇੱਥੇ ਹੀ ਪਹਿਰੇਦਾਰੀ ਦੇ ਉੱਤੇ ਖੜੇ ਹੋਣਾ ਹੈ। ਅੰਦਰ ਨੈ ਪ੍ਰਵੇਸ਼ ਕੋ ਕਰੇ। ਖਿਆਲ ਰੱਖਣਾ ਹੈ, ਨਾ ਤੁਸੀਂ ਤੇ ਨਾ ਹੀ ਕੋਈ ਹੋਰ ਇਸ ਤੰਬੂ ਦੇ ਵਿੱਚ ਅੰਦਰ ਪ੍ਰਵੇਸ਼ ਨਹੀਂ ਕਰਨਾ ਕਿਸੇ ਨੇ। ਕਰਕੇ ਚਾਹੁੰਦੇ ਸਤ ਕਰਾਈ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਾਰੇ ਪਾਸੇ ਤਕੜਾਈ ਕਰਵਾ ਦਿੱਤੀ। ਆਪ ਸਥਿਰ ਭੇ ਬੀਚ ਗੁਸਾਈ। ਆਪ ਸਤਿਗੁਰੂ ਜੀ ਇਸ ਤੰਬੂ ਦੇ ਵਿੱਚ ਪ੍ਰਵੇਸ਼ ਹੋ ਕੇ ਜਾ ਬਰਾਜੇ। ਦਰਸ਼ਨ ਦਮ ਕਿਉ ਮਹਿਦ ਆਕਾਸ਼ਾ। ਉਸ ਵੇਲੇ ਸਾਧ ਸੰਗਤ ਜੀ, ਆਕਾਸ਼ ਦੇ ਵਿੱਚ ਬਹੁਤ ਪ੍ਰਕਾਸ਼ ਹੋਇਆ। ਵਿਗਿਆਤ ਭਇਓ ਵਿਸਾਲ ਪ੍ਰਕਾਸ਼ਾ। ਬਹੁਤ ਸਾਰਾ ਪ੍ਰਕਾਸ਼ ਆਕਾਸ਼ ਵਿੱਚ ਦੇਖਿਆ ਗਿਆ। ਦੋਏ ਪੁਰਖ ਉਤਰੇ ਤਰ ਆਏ। ਦੋ ਪੁਰਖ ਆਕਾਸ਼ ਦੇ ਮਾਰਗ ਰਾਹੀਂ ਇਹ ਤੰਬੂ ਵਿੱਚ ਆ ਕੇ ਉਤਰੇ। ਗੁਰ ਦਰਸ਼ਨ ਕਰ ਸੀਸ ਨਵਾਏ। ਇਹਨਾਂ ਨੇ ਆ ਕੇ ਸਤਿਗੁਰੂ ਸਾਹਿਬ ਜੀ ਦਾ ਦਰਸ਼ਨ ਕੀਤਾ। ਸਤਿਗੁਰੂ ਦੇ ਦਰਸ਼ਨ ਕਰਕੇ ਸੀਸ ਨਵਾਇਆ, ਮੱਥਾ ਟੇਕਿਆ। ਇਹਨਾਂ ਨੇ ਇਹ ਕੌਣ ਸਨ? ਇੱਕ ਸਾਧ ਸੰਗਤ ਬ੍ਰਹਮਾ ਦੇਵਤਾ ਸੀ ਤੇ ਦੂਜਾ ਸ਼ਿਵਜੀ ਦੇਵਤਾ ਸੀ। ਦੋਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਇਹਨਾਂ ਨੇ ਆ ਕੇ ਕੀਤੇ। ਤੰਬੂ ਦੇ ਵਿੱਚ ਸਤਿਗੁਰੂ ਜੀ ਨੂੰ ਮੱਥਾ ਟੇਕਿਆ। ਸਾਦਰ ਕੈ ਕਰ ਨਿਕਟ ਬਿਠਾਰੇ। ਆਦਰ ਸਤਿਕਾਰ ਕਰਕੇ ਸਤਿਗੁਰੂ ਜੀ ਨੇ ਇਹਨਾਂ ਨੂੰ ਕਹਿ ਕੇ ਆਪਣੇ ਕੋਲ ਬਿਠਾ ਲਿਆ। ਕੁਸ਼ਲ ਅਕਲ ਕੇ ਬਾਗੋ ਚਾਰੇ। ਸਤਿਗੁਰ ਸੱਚੇ ਪਾਤਸ਼ਾਹ ਨੇ ਰਾਜੀ ਖੁਸ਼ੀ ਦੇ ਵਾਕ ਉਚਾਰੇ। ਇਹਨਾਂ ਨੂੰ ਰਾਜੀ ਖੁਸ਼ੀ ਪੁੱਛੀ। ਤਨੋਂ ਪਤਰਕਾ ਦੇਈ ਨਿਕਾਸ। ਇਹ ਜਿਹੜੇ ਦੋ ਮਹਾਂਪੁਰਖ ਆਏ ਸਨ, ਇਹਨਾਂ ਨੇ ਚਿੱਠੀ ਕੱਢ ਕੇ ਸਤਿਗੁਰੂ ਜੀ ਨੂੰ ਦਿੱਤੀ ਆਪਣੇ ਕੋਲੋਂ। ਗ੍ਰਹਿਣ ਕਰੀ ਕਰਮ ਹੈ ਮਾਏ ਹੁਲਾਸ। ਸਤਿਗੁਰੂ ਜੀ ਨੇ ਬੜੇ ਹੁਲਾਸ ਉਤਸ਼ਾਹ ਦੇ ਨਾਲ ਆਪਣੇ ਹੱਥਾਂ ਵਿੱਚ ਗ੍ਰਹਿਣ ਕੀਤੀ। ਉਹ ਚਿੱਠੀ ਫੜ ਲਈ। ਤਦਸ਼ਨ ਖੋਲ ਭਰੀ ਵਿਦਹੇਰੇ। ਉਸੇ ਵੇਲੇ ਖੋਲ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪੜ੍ਹੀ, ਅਮਰਾਵਤੀ ਵਰਣ ਜਸ ਪੇਰੇ। ਜਿਹਦੇ ਵਿੱਚ ਸਾਧ ਸੰਗਤ ਜੀ ਕੋਈ ਆਮ ਲਿਖਾਈ ਨਹੀਂ ਸੀ, ਬਲਕਿ ਅਮਰਾਵਤੀ ਦੇਵਤਿਆਂ ਦੀ ਜਿਹੜੀ ਪੁਰੀ ਹੈ ਉੱਥੋਂ ਦੀ ਲਿਖਾਈ ਉਹਦੇ ਵਿੱਚ ਲਿਖੀ ਹੋਈ ਹੈ। ਸਵਰਗਾਪੁਰੀ ਦੀ ਲਿਖਾਈ ਹੈ। ਪੜ ਕਰ ਸਮਝੇ ਸਰਬ ਬਿਰਤਾਂਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੜ੍ਹ ਲਿਆ ਤੇ ਪੜ੍ਹ ਕੇ ਸਾਰਾ ਬਿਰਤਾਂਤ, ਸਾਰਾ ਹਾਲ ਸਮਝ ਲਿਆ। ਤਿਨ ਸਤ ਸਥਿਤ ਸਨ ਬਾਤ ਕਰੀ ਭਗਵੰਤ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਭਗਵੰਤ ਰੂਪ, ਜਿਹੜੇ ਅਕਾਲ ਪੁਰਖ ਦਾ ਰੂਪ ਸਤਿਗੁਰੂ ਸੱਚੇ ਪਾਤਸ਼ਾਹ ਹਨ, ਉਹਨਾਂ ਨੂੰ ਕਹਿਣ ਲੱਗੇ, ਪ੍ਰਭ ਜੀ ਅਬ ਬੈਕੁੰਠ ਸੁਧਾਰੋ। ਸਤਿਗੁਰੂ ਕਹਿੰਦੇ, ਭਾਈ ਅਸੀਂ ਚਿੱਠੀ ਪੜ੍ਹ ਲਈ ਆ, ਦੱਸੋ ਤੁਸੀਂ ਕੋਈ ਹੋਰ ਸੁਨੇਹਾ। ਤਾਂ ਇਹ ਕਹਿਣ ਲੱਗੇ ਮਹਾਰਾਜ, ਆਪ ਜੀ ਵਾਸਤੇ ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਲੈ ਕੇ ਆਏ ਹਾਂ ਕਿ ਆਪ ਜੀ ਹੁਣ ਸੱਚਖੰਡ ਵਿਖੇ ਪਧਾਰੋ, ਸੱਚਖੰਡ ਵਿਖੇ ਚੱਲੋ। ਕਾਰਜ ਨਿਹਾਲੀਨ ਕਰ ਸਾਰੋ। ਕਿਉਂਕਿ ਜਿਸ ਕਾਰਜ ਵਾਸਤੇ ਆਪ ਜੀ ਆਏ ਸੀ ਉਹ ਕਾਰਜ ਆਪ ਜੀ ਨੇ ਇੱਥੇ ਸਾਰਾ ਕਰ ਲਿਆ ਹੈ। ਖਾਲਸਾ ਆਪ ਜੀ ਸਜਾ ਚੁੱਕੇ ਹੋ, ਸਰਬੰਸ ਦਾਨ ਆਪ ਜੀ ਨੇ ਕੁਰਬਾਨ ਸਾਰਾ ਪਰਿਵਾਰ ਕਰ ਦਿੱਤਾ ਹੈ। ਆਪ ਜੀ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਚੁੱਕੇ ਹੋ। ਇਸ ਕਰਕੇ ਮਹਾਰਾਜ ਸਾਰੇ ਕਾਰਜ ਆਪ ਜੀ ਨੇ ਸਵਾਰ ਲਏ ਹਨ। ਜੇ ਕਰ ਰਹਿਬੋ ਚਹੋ ਕਿਰਪਾਲਾ। ਬਾਕੀ ਮਹਾਰਾਜ ਆਪ ਜੀ ਦੇ ਉੱਤੇ ਸਾਡਾ ਕੋਈ ਹੁਕਮ ਨਹੀਂ, ਸਾਡੀ ਤਾਂ ਬੇਨਤੀ ਹੈ, ਜੇਕਰ ਆਪ ਜੀ ਰਹਿਣਾ ਚਾਹੁੰਦੇ ਹੋ ਰਹੋ ਧਰਾਤਲ ਕਰੋ ਨਿਹਾਲਾ। ਤੇ ਮਹਾਰਾਜ ਆਪ ਜੀ ਇਸ ਧਰਾਤਲ ਉੱਤੇ, ਧਰਤੀ ਦੇ ਉੱਤੇ ਰਹੋ, ਸੰਗਤਾਂ ਨੂੰ ਨਿਹਾਲ ਕਰੋ। ਹੁਕਮ ਅਕਾਲ ਪੁਰਖ ਕੋ ਕਹਿਓ। ਬਸ ਅਸੀਂ ਤਾਂ ਜੋ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਹੁਕਮ ਦਿੱਤਾ ਉਹ ਆਪ ਜੀ ਦੇ ਚਰਨਾਂ ਵਿੱਚ ਆ ਕੇ ਕਹਿ ਦਿੱਤਾ ਹੈ। ਆਗੇ ਕਰੋ ਜਥਾ ਚਿਤ ਕਹਿਓ।
ਅੱਗੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਮਰਜ਼ੀ, ਜਿਵੇਂ ਤੁਹਾਡਾ ਚਿੱਤ ਚਾਹੁੰਦਾ ਆਪ ਜੀ ਉਸ ਤਰ੍ਹਾਂ ਕਰ ਲਓ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਆਪ ਜੀ ਦੇ ਪਿਤਾ ਹਨ, ਆਪ ਜੀ ਉਹਨਾਂ ਦੇ ਸੁੱਤ ਹੋ, ਪੁੱਤਰ ਹੋ, ਜਿਵੇਂ ਆਪ ਜੀ ਨੂੰ ਠੀਕ ਲੱਗੇ ਕਰ ਸਕਦੇ ਹੋ। ਕਰਤਾ ਪੁਰਖ ਅਕਾਲ ਕਿਰਪਾਲਾ, ਉਹ ਜਿਹੜਾ ਕਰਤਾ ਪੁਰਖ ਹੈ, ਸਭ ਸ੍ਰਿਸ਼ਟੀ ਦਾ ਕਰਨ ਵਾਲਾ, ਰਚਣ ਵਾਲਾ ਹੈ, ਕਾਲ ਤੋਂ ਰਹਿਤ ਹੈ ਤੇ ਕਿਰਪਾ ਦਾ ਘਰ ਹੈ। ਤਿਸ ਬਿਦਕ ਪੁੱਤਰ ਦਸਾਲਾ, ਆਪ ਜੀ ਉਸ ਪਿਤਾ ਦੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਪੁੱਤਰ ਹੋ। ਦੁਸ਼ਟ ਤੁਰਕ ਕੀ ਜੜਾਂ ਉਖਾਰੀ, ਆਪ ਜੀ ਨੇ ਦੁਸ਼ਟਾਂ ਤੁਰਕਾਂ ਦੀਆਂ ਜੜਾਂ ਉਖਾੜ ਦਿੱਤੀਆਂ ਹਨ। ਅੰਧ ਖਾਲਸਾ ਉਤਪਤ ਭਾਰੀ, ਖਾਲਸਾ ਪੰਥ ਜਿਹੜਾ ਇਹ ਭਾਰੀ ਉਤਪਤੀ ਇਸ ਦੀ ਕਰ ਲਈ ਹੈ, ਖਾਲਸਾ ਪੰਥ ਪ੍ਰਗਟ ਕਰ ਦਿੱਤਾ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਵਾਹਿਗੁਰੂ ਦੇ ਹੁਕਮ ਵਿੱਚ ਤੁਸੀਂ ਖਾਲਸਾ ਪ੍ਰਗਟ ਕੀਤਾ ਹੈ ਸੋਦਾ ਮਾਰਗ ਜਗ ਵਿਸਤਾਰਾ, ਤੇ ਸੰਸਾਰ ਨੂੰ ਬਿਲਕੁਲ ਸਿੱਧਾ ਸਾਦਾ ਰਸਤਾ ਜਿਹੜਾ ਮੁਕਤੀ ਦਾ ਦੱਸ ਦਿੱਤਾ। ਕਰਤਾ ਪੁਰਖ ਭਜਨ ਨਿਸਤਾਰਾ, ਕਿ ਕਰਤੇ ਪੁਰਖ ਅਕਾਲ ਪੁਰਖ ਵਾਹਿਗੁਰੂ ਦੇ ਭਜਨ ਦੇ ਨਾਲ ਹੀ ਨਿਸਤਾਰਾ ਹੋਣਾ ਹੈ, ਛੁਟਕਾਰਾ ਹੋਣਾ ਹੈ। ਕਰ ਕਰ ਜੁਧ ਕ੍ਰੋਧ ਪਟ ਭਾਰੇ, ਤੇ ਮਹਾਰਾਜ ਆਪ ਜੀ ਨੇ ਯੁੱਧ ਕਰ ਕਰਕੇ, ਲੜਾਈਆਂ ਲੜ ਲੜ ਕੇ, ਜੰਗ ਦੇ ਵਿੱਚ ਜਿਹੜੇ ਬੜੇ ਦੁਸ਼ਟ ਭਾਰੀ ਜਿਹੜੇ ਹੈਗੇ ਸੀ ਦੁਸ਼ਮਣ, ਸੋ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਨੇ ਉਹਨਾਂ ਦਾ ਨਿਸਤਾਰਾ ਕਰ ਦਿੱਤਾ, ਮਾਰ ਮੁਕਾਏ ਹਨ। ਦੁਸ਼ਟ ਅਨਿਸ਼ਟੀ ਚੁੰਚਨ ਮਾਰੀ, ਜਿਹੜੇ ਬੜੇ ਦੁਸ਼ਟ ਸਨ ਉਪਦਰਵੀ, ਉਹਨਾਂ ਨੂੰ ਮਹਾਰਾਜ ਚੁਣ ਚੁਣ ਕੇ ਮਾਰਿਆ। ਸੁਨ ਕਿਰਪਾਲ ਤਿਨ ਸੰਗ ਚਾਰੀ, ਉਹਨਾਂ ਦੇ ਵਚਨ ਸੁਣ ਕੇ ਸਤਿਗੁਰੂ ਕਿਰਪਾਲੂ ਜੀ ਕਹਿਣ ਲੱਗੇ, ਆਮਨੇ ਕਰੀ ਅਗਰ ਹੀ ਤਿਆਰੀ, ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਅਸੀਂ ਤਾਂ ਅਗਾਊਂ ਪਹਿਲਾਂ ਹੀ ਤਿਆਰੀ ਕਰ ਚੁੱਕੇ ਹਾਂ ਸੱਚਖੰਡ ਜਾਣ ਦੀ। ਹੁਕਮ ਅਕਾਲ ਪੁਰਖ ਕੋ ਜੈਸੇ, ਅਕਾਲ ਪੁਰਖ ਵਾਹਿਗੁਰੂ ਦਾ ਜਿਵੇਂ ਹੁਕਮ ਹੈ, ਸਿਰ ਪਰ ਧਰਮ ਮਾਨੈ ਤੈਸੀ, ਇਸ ਨੂੰ ਵੀ ਅਸੀਂ ਸਿਰ ਧਰ ਕੇ ਮੰਨਦੇ ਹਾਂ, ਸਿਰ ਮੱਥੇ ਮੰਨਦੇ ਹਾਂ। ਇਤਿਆਦਿਕ ਕਹਿ ਸੁਣ ਕਰ ਭਰੇ, ਇਤਿਆਦਿਕ ਕਹਿ ਸੁਣ ਕੇ ਇਹਨਾਂ ਦੇ ਨਾਲ ਬਚਨ ਭਲੀ ਪ੍ਰਕਾਰ। ਨਭ ਕੇ ਮਗੀ ਤੂਰਨ ਚਲੇ, ਉਹ ਜਿਹੜੇ ਦੋਨੇ ਮਹਾਪੁਰਸ਼ ਬ੍ਰਹਮਾ ਜੀ ਤੇ ਸ਼ਿਵ ਜੀ ਸਨ, ਆਕਾਸ਼ ਮਾਰਗ ਦੇ ਰਾਹੀਂ ਵਾਪਸ ਚਲੇ ਗਏ। ਏਕ ਜਾਮ ਲਗ ਰਹੇ ਇਕੰਤ, ਇਉਂ ਸਤਿਗੁਰ ਸੱਚੇ ਪਾਤਸ਼ਾਹ ਇੱਕ ਪਹਿਰ ਤੱਕ ਬਿਲਕੁਲ ਇਕਾਂਤ ਵਿੱਚ ਰਹੇ, ਇੱਥੇ ਤੰਬੂ ਵਿੱਚ। ਸੇ ਵੈਰ ਬਰ ਭਗਵੰਤ, ਇੱਕ ਪਹਿਰ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਹਰ ਨਿਕਲੇ। ਬਦਨ ਪ੍ਰਫੁੱਲਤ ਕਮਲ ਸੁਮਾਨਾ, ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਚਿਹਰਾ ਐ ਕਮਲ ਦੇ ਵਾਂਗੂ ਖਿੜਿਆ ਹੋਇਆ ਹੈ। ਪਦਮ ਪਾਖਰੀ ਆਂਖ ਮਹਾਨਾ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨੇਤਰ ਜਿਹੜੇ ਕਮਲ ਦੇ ਵਾਂਗੂ ਖਿੜੇ ਹੋਏ ਹਨ। ਹਿਰਦੇ ਆਨੰਦਤ ਦੁਗਨ ਚਗੁਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਵਿੱਚ ਬੜਾ ਆਨੰਦ ਹੈ, ਬੜੇ ਖੁਸ਼ ਪ੍ਰਸੰਨ ਹਨ, ਦੁੱਗਣੇ ਚੌਗਣੇ ਖੁਸ਼ ਹੋਏ। ਐਸੇ ਸਭਨ ਵਿਕੈ ਦੁਤ ਦੂਨੇ, ਫਿਰ ਸਾਰਿਆਂ ਦੇ ਵਿੱਚ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਬੜੀ ਸ਼ੋਭਾ ਦੇ ਸਹਿਤ, ਕ੍ਰਾਂਤੀ ਦੇ ਸਹਿਤ, ਬੜੇ ਠਾਠ ਬਾਠ ਦੇ ਸਹਿਤ ਆ ਕੇ ਵਿਰਾਜਮਾਨ ਹੋ ਗਏ। ਸੋ ਇੱਥੇ ਇਸ ਪ੍ਰਸੰਗ ਦੀ ਸਮਾਪਤੀ ਹੈ। ਅੱਗੇ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਭਾਣਾ ਵਰਤਾਉਣਗੇ, ਜ਼ਖਮ ਦੇ ਤੋਪੇ ਟੁੱਟਣਗੇ। ਸਤਿਗੁਰ ਸੱਚੇ ਪਾਤਸ਼ਾਹ ਉਹ ਵੱਡੇ ਜਿਹੜੇ ਧਨੁਖਵਾਨ ਹੈ, ਇਹ ਉਮਰਾਵਾਂ ਦੇ ਪਠਾਣਾਂ ਦੇ ਸ਼ੰਕਾ ਕਰਨ ਤੋਂ ਸਤਿਗੁਰ ਸੱਚੇ ਪਾਤਸ਼ਾਹ ਉਹਦਾ ਚਿੱਲਾ ਖਿੱਚਣਗੇ। ਸੋ ਇਹ ਪ੍ਰਸੰਗ ਆਪਾਂ ਸਾਧ ਸੰਗਤ ਜੀ ਕੱਲ ਨੂੰ ਸਰਵਣ ਕਰਾਂਗੇ। ਸਤਿਗੁਰੂ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਰਹਿਮਤਾਂ ਵਰਤਾਉਣ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਸਮਾਪਤੀ ਵਿੱਚ ਸ਼ਾਮਲ ਹੋਈਏ ਜੀ। ਹਿਰਦੇ ਆਨੰਦਤ ਦੁਗਨ ਚਗੁਨੇ, ਬੈਸੇ ਸਾਵਨ ਵਿਖੈ ਦੁੱਤ ਦੂਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।